जिसमें है अमृत ज्ञान है, माणक भगत बैराग। श्री गुरु ग्रंथ साहिब उदद, बंदों कर अनुराग। सतगुर मम बेरी कटहो, निज बेरी परचार। एह बेरी होए भव सफल, बिन बेरी कर पार। एकंकारा सतगुरु तेह प्रसाद सच होए। वाहेगुरु जी की फतेह। विघ्न विनाशन सोए। वाहेगुरु जी की फतेह। विघ्न विनाशन सोए। सतनाम श्री वाहिगुरु जी दोहरा। परखन हित सिखी तबै, सांग आरंभ्यो पूर। सोई साबत रह सकै, जिन पर करुणा तूर। परखन हित सिखी तबै, सांग आरंभ्यो पूर। सच्चे पातशाह गरीब नवाज दीन दुनिया दे मालिक, चबर छतर तखत दे मालिक, समरथ गुरु प्रतख गुरु, दीन दयाल कृपाल अंतरजामी पूरन पार ब्रह्म परमेश्वर। वाहेगुरु अकाल पुरख स्वरूप सच्चे पातशाह। धन 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 सतगुरु गरीब नवाज, धन धन सतगुरु श्री गुरु ग्रंथ साहिब जी महाराज। धन धन श्री गुरु ग्रंथ साहिब जी महाराज। बड़े ही प्यार दे नाल आप सारियां संगतां रसना नूं करो पवित्र। गज के आखो जी धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। सतगुरु सच्चे पातशाह महाराज जी दी महान पवित्र पावन हाजरी विखे सुभाएमान सतगुरु जी दी प्यारी साजी नवाजी गुरु रूप गुरु खालसा संगत जी। आप जी वड्डियां भागां वाले हो जो इस कलयुग दे समय दे विच कलयुग दे अवतार धन गुरु नानक देव साहब सच्चे पातशाह जी दी लड़ीवार कथा सरवण करते हो। हजूर महाराज सच्चे पातशाह जी की पवित्र पावन कथा आरंभ करन तो पहला सारी संगत मनोबिरतियां नूं करो एकागर। दोवें हथ जोड़ के अदब सत्कार दे सहित सिर झुका के गज के फतेह बुलाओ जी। वाहिगुरु जी का खालसा, वाहिगुरु जी की फतेह। हजूर महाराज गरीब नवाज सच्चे पातशाह धन 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 सतगुरु श्री गुरु नानक देव साहब जी श्री करतारपुर साहब जी की धरती ते महाराज इस शरीर राही जिहड़े कारज करने हैं वो सारे कारज करन तो बाद सिखां दी परख कर रहे हैं। किहड़ा सिख सिੱਖੀ विच साबित रहिंदा है। साध संगत जी आप जी ने सरवण कीता। महाराज जी ने शिकारियां दा रूप बनाया, धानक दा रूप बनाया, उजाड़ दे विच गए है। भाई लहणा जी नूं महाराज ने देखिया। भाई लहणा जी सच्चे पातशाह महाराज जी दे नाल हन। साध संगत जी उत्थे हजूर गरीब नवाज सच्चे पातशाह
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਆਖਿਆ, ਪੁਰਖਾ ਵਾਪਸ ਚਲੇ ਜਾ। ਜਦੋਂ ਮਹਾਰਾਜ ਨੇ ਦ੍ਰਿਸ਼ਟੀ ਪਾ ਕੇ ਕਿਹਾ, ਭਾਈ ਲਹਿਣਾ ਜੀ ਵਾਪਸ ਚਲੇ ਗਏ ਆ। ਵਾਪਸ ਆਏ ਆ, ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਆ ਕੇ ਸਿੱਖਾਂ ਨੂੰ ਆਖਿਆ, ਕਹਿਣ ਲੱਗੇ, ਸਿੱਖੋ ਭੁਲੇਖੇ ਵਿੱਚ ਨਾ ਪੈ ਜਿਓ, ਗੁਰੂ ਨਾਨਕ ਸਾਹਿਬ ਨੂੰ ਕਿਤੇ ਮਨੁੱਖ ਨਾ ਸਮਝ ਬੈਠੇ ਹੋ। ਇਹੋ ਹੀ ਭੁਲੇਖਾ ਹੈ। ਮੈਂ ਇਹ ਤਾਂ ਬੇਨਤੀ ਵਿਸ਼ੇਸ਼ ਰੂਪ ਵਿੱਚ ਕਰਨ ਲੱਗਾ। ਇੱਕ ਗੁਰਮੁਖ ਪਿਆਰੇ ਨਾ ਬਚਨ ਕਰ ਰਹੇ ਸਨ, ਇੱਕ ਬਚਨ ਕੀਤਾ ਸੀਗਾ ਉਹਨਾਂ ਨੇ, ਤੇ ਮੈਨੂੰ ਉਹ ਬਚਨ ਜਦੋਂ ਸਾਖੀ ਪੜ੍ਹੀ ਤੇ ਚੇਤਾ ਆਇਆ। ਕਹਿਣ ਲੱਗੇ, ਜਿਹੜਾ ਸੌਦਾ ਗੁਰੂ ਨਾਨਕ ਸਾਹਿਬ ਮਹਾਰਾਜ ਲੈ ਕੇ ਆਏ ਸੰਸਾਰ ਤੇ ਸਾਚੇ ਹੈ, ਉਹਦੇ ਅਸਲ ਵਪਾਰੀ ਜਿਹੜੇ ਸਨ ਉਹ ਭਾਈ ਲਹਿਣਾ ਜੀ ਸਨ। ਬਸ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਉਹ ਬਣੇ, ਅਸਲ ਵਪਾਰੀ ਉਹ ਸਨ। ਭਾਈ ਲਹਿਣਾ ਜੀ ਨੇ ਆਖਿਆ, ਆ ਕੇ ਸਿੱਖਾਂ ਨੂੰ ਕਹਿਣ ਲੱਗੇ, ਸਿੱਖੋ ਭਰਮ ਦੇ ਵਿੱਚ ਨਾ ਪੈ ਜਿਓ, ਗੁਰੂ ਨਾਨਕ ਸਾਹਿਬ ਆਪ ਪਰਮੇਸ਼ਰ ਹਨ। ਗੁਰੂ ਨਾਨਕ ਸਾਹਿਬ ਜੀ ਨੇ ਮੁਕਤੀ ਦੇਣੀ ਹੈ, ਕਿਸੇ ਹੋਰ ਨੇ ਤੁਹਾਨੂੰ ਮੁਕਤੀ ਨਹੀਂ ਦੇਣੀ। ਅਜੇ ਸਿੱਖ ਬਚਨ ਸੁਣ ਹੀ ਰਹੇ ਸਨ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆ ਗਏ। ਜਦੋਂ ਗੁਰੂ ਨਾਨਕ ਸਾਹਿਬ ਆਏ ਆ, ਮਹਾਰਾਜ ਸਾਹਿਬ ਜੀ ਦਾ ਇਹ ਰੂਪ ਵੇਖ ਕੇ ਸਿੱਖ ਬਚਨ ਕਰਦੇ ਆ, ਮਹਾਰਾਜ ਨੇ ਕੈਸਾ ਰੂਪ ਬਣਾ ਲਿਆ। ਤੇ ਮਹਾਰਾਜ ਪੁੱਛਦੇ ਆ, ਭਾਈ ਤੁਸੀਂ ਇੱਥੇ ਕਿਉਂ ਬੈਠੇ ਹੋ, ਜਾਓ ਸਾਰੇ ਇੱਥੋਂ ਚਲੇ ਜਾਓ। ਤੇ ਉਹ ਮਹਾਰਾਜ ਨੂੰ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਅਸੀਂ ਤੁਹਾਡੇ ਸਿੱਖ ਹਾਂ। ਤੇ ਮਹਾਰਾਜ ਜਦੋਂ ਕਿਸੇ ਦੇ ਮੁਖੋਂ ਸੁਣਦੇ ਆ ਨਾ ਵੀ ਸਿੱਖ ਹਾਂ, ਮਹਾਰਾਜ ਦੇ ਹੱਥ 'ਚ ਕੁਤਬਾ ਹੈ। ਕੁਤਬਾ ਕਹਿੰਦੇ ਆ ਡਾਂਗ ਨੂੰ, ਮਹਾਰਾਜ ਉਹਨੂੰ ਡਾਂਗ ਮਾਰਦੇ ਆ। ਕਈ ਤੇ ਸਿੱਖ ਬੈਠੇ ਰਹੇ ਆ, ਡਾਂਗਾਂ ਖਾ ਕੇ ਵੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਰਹੇ ਆ। ਕਈ ਫਿਰ ਡਾਂਗਾਂ ਨਹੀਂ ਸੀ ਸਹਿ ਸਕੇ ਤੇ ਉਹ ਫਿਰ ਸ੍ਰੀ ਕਰਤਾਰਪੁਰ ਸਾਹਿਬ ਛੱਡ ਕੇ ਤੇ ਆਪੋ ਆਪਣੇ ਘਰਾਂ ਵੱਲ ਤੁਰ ਪਏ ਸਨ। ਜਿਹੜੇ ਰਹਿ ਗਏ ਮਹਾਰਾਜ ਉਹਨਾਂ ਨੂੰ ਪੁੱਛਦੇ, ਤੁਸੀਂ ਕਦੋਂ ਕਦੇ ਸਿੱਖ ਹੋ? ਤੋਂ ਡਰਦੇ ਹੋਇਆਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ, ਮਹਾਰਾਜ ਅਸੀਂ ਉਦੋਂ ਦੇ ਸਿੱਖ ਹਾਂ ਜਦੋਂ ਦੇ ਤੁਸੀਂ ਸਾਨੂੰ ਬਣਾਇਆ ਹੈ। ਪਿਆਰਿਓ, ਇੱਕ ਗੱਲ ਦਾ ਚੇਤਾ ਰੱਖਿਓ, ਇੱਥੇ ਆਪ ਬੰਦਾ ਸਿੱਖੀ ਧਾਰਨ ਕਰੇ, ਬੰਦੇ ਦਾ ਫਰਜ਼ ਹੈ ਗੁਰੂ ਕੀ ਰਹਿਤ ਰੱਖੇ, ਮਰਜ਼ਾਦਾ ਰੱਖੇ। ਪਰ ਗੱਲ ਉਸ ਦਿਨ ਬਣੀ ਜਿਸ ਦਿਨ ਗੁਰੂ ਸਾਹਿਬ ਨੇ ਸਾਨੂੰ ਪ੍ਰਵਾਨ ਕਰ ਲਿਆ ਜੀ, ਜਿਸ ਦਿਨ ਮਹਾਰਾਜ ਨੇ ਕਿਹਾ ਵੀ ਇਹ ਸਾਡਾ ਸਿੱਖ ਹੈ। ਮਹਾਰਾਜ ਸਾਹਿਬ ਬਾਣੀ 'ਚ ਕਹਿੰਦੇ ਆ, ਧਨ ਸੇਵਾ ਸੇਵਕ ਪ੍ਰਵਾਨ। ਸਮਾਂ ਹੁੰਦਾ ਪਿਆਰਿਓ, ਸੇਵਕ ਪ੍ਰਵਾਨ ਹੁੰਦਾ। ਮਾਫ ਕਰਿਓ, ਕਥਾ ਸੁਣਨਾ, ਕੀਰਤਨ ਸੁਣਦੇ ਆ, ਪਾਠ ਸੁਣਦੇ ਆ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਉਂਦੇ ਆ, ਸਾਰਾ ਕੁਝ ਪ੍ਰਵਾਨ ਹੋਣ ਵਾਸਤੇ ਹੀ ਹੈ। ਅਸੀਂ ਪ੍ਰਵਾਨ ਹੋ ਜਾਈਏ ਸਤਿਗੁਰੂ ਸੱਚੇ ਪਾਤਸ਼ਾਹ ਨੂੰ। ਤੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਤਰੀਕਾ ਦੱਸਿਆ, ਪ੍ਰਵਾਨ ਕਿਵੇਂ ਹੋਣਾ। ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿੱਤ ਲਾਇਆ। ਜਿਹਨੇ ਆਪਣਾ ਚਿੱਤ ਗੁਰੂ ਸਾਹਿਬ ਨਾਲ ਲਾ ਲਿਆ, ਉਹ ਪ੍ਰਵਾਨ ਹੋ ਗਿਆ। ਤੇ ਮਹਾਰਾਜ ਡਾਂਗਾ ਮਾਰਦੇ ਆ ਉਹਨਾਂ ਨੂੰ, ਉਹ ਫਿਰ ਵੀ ਕੁੱਟ ਕੇ ਖਾਂਦੇ ਆ, ਪੀੜਾ ਸਹਿੰਦੇ ਆ। ਪਰ ਧੰਨ ਬਾਬਾ ਬੁੱਢਾ ਸਾਹਿਬ ਵਰਗੇ ਸਿੱਖ ਅਜੇ ਵੀ ਗੁਰੂ ਨਾਨਕ ਸਾਹਿਬ ਜੀ ਦੀ ਹਾਜ਼ਰੀ ਵਿੱਚ ਬੈਠੇ ਆ। ਤੇ ਪ੍ਰੀਖਿਆ ਵਾਲਾ ਪ੍ਰਸੰਗ ਚੱਲ ਰਿਹਾ। ਮੈਂ ਤਾਂ ਖਾਸ ਕਰਕੇ ਸਾਧ ਸੰਗਤ ਤੁਹਾਡੇ ਚਰਨਾਂ 'ਚ ਬੇਨਤੀ ਕਰ ਰਿਹਾ, ਕਥਾ ਤਾਂ ਇਹ ਜ਼ਰੂਰ ਸੁਣੋ, ਪਰ ਹੱਥ ਜੋੜ ਕੇ ਅਰਦਾਸ ਕਰਿਓ, ਦਾਤਾ ਜੀ ਸਾਡੇ ਕੋਲੋਂ ਪ੍ਰੀਖਿਆ ਨਾ ਲਿਓ। ਕਿਉਂ? ਅਸੀਂ ਅੱਜ ਵੀ ਫੇਲ ਹਾਂ, ਅਸੀਂ ਕੱਲ੍ਹ ਵੀ ਫੇਲ ਹਾਂ। ਪਿਆਰਿਓ, ਗੁਰੂ ਨੇ ਲਾਈ ਹੋਵੇ ਕਸਵੱਟੀ, ਸਿੱਖ ਨਹੀਂ ਤੇ ਸਹਿ ਸਕਦਾ। ਸਿੱਖ ਜਿੰਨਾ ਮਰਜ਼ੀ ਮਹਾਰਾਜ ਨੂੰ ਆਖੇ, ਮਹਾਰਾਜ ਮੇਰਾ ਇਹ ਕੰਮ ਕਰ ਦਿਓ, ਮੈਂ ਤਾਂ ਇਹ ਤੁਹਾਡੀ ਸੇਵਾ ਕਰਾਂਗਾ। ਸਿੱਖ ਸੌਦੇਬਾਜ਼ੀ ਕਰਦਾ, ਪਰ ਚੇਤਾ ਰੱਖਿਓ, ਜਿਸ ਦਿਨ ਗੁਰੂ ਨੇ ਕਸਵੱਟੀ ਲਾ ਲਈ, ਉਸ ਦਿਨ ਸਾਡੇ ਕੋਲੋਂ ਕਸਵੱਟੀ ਸਹੀ ਨਹੀਂ ਜਾਣੀ।
ਇਸ ਕਰਕੇ ਬੰਦਾ ਡਰਦਾ ਰਵੇ, ਰੱਬ ਕਾਦਰ ਕੋਲੋਂ ਡਰਦੇ ਰਹੀਏ, ਮਤ ਵਿਗੜ ਜਾਏ ਦੁੱਧ ਕੜਿਆ। ਸੋ ਸੱਚੇ ਪਾਤਸ਼ਾਹ ਮਿਹਰ ਕਰਨ। ਹੁਣ ਅੱਗੋਂ ਲੜੀਵਾਰ ਕਥਾ ਆਪਾਂ ਸਰਵਣ ਕਰਨੀ ਹੈ। ਲੈ ਕੇ ਚੱਲੋ ਸੁਰਤੀਆਂ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ, ਜਿੱਥੇ ਗੁਰੂ ਨਾਨਕ ਸਾਹਿਬ ਸਿੱਖੀ ਦੀ ਪਰਖ ਕਰ ਰਹੇ ਹਨ। ਭਾਈ ਲਹਿਣਾ ਜੀ ਤੇ ਹੋਰ ਸਿੱਖ ਜਿਹੜੇ ਆ ਉਹ ਇਸ ਪਰਖ ਨੂੰ ਦੇ ਰਹੇ ਆ, ਉਹ ਸਿੱਖੀ ਦਾ ਇਮਤਿਹਾਨ ਦੇ ਰਹੇ ਆ। ਤੇ ਮੈਂ ਇੱਥੇ ਇਹ ਵੀ ਬੇਨਤੀ ਕਰਾਂਗਾ, ਅੱਜ ਜਿਹੜੇ 2-3 ਸਾਲ ਲਾ ਕੇ ਤੇ ਕਹਿ ਦਿੰਦੇ ਆ ਨਾ ਜੀ ਅਸੀਂ ਸਿੱਖ ਬਣ ਗਏ ਆ, ਮਾਫ ਕਰਿਓ, ਇੱਥੇ 2-3 ਸਾਲਾਂ ਦੀ ਗੱਲ ਨਹੀਂ, ਸਾਰੀ ਦੀ ਸਾਰੀ ਜ਼ਿੰਦਗੀ ਲੱਗ ਜਾਂਦੀ ਤਾਂ ਵੀ ਪਾਸ ਨਹੀਂ ਤੇ ਹੋਇਆ ਜਾਂਦਾ। ਸਿੱਖੀ ਦੀ ਪੜ੍ਹਾਈ ਇਹ ਨਹੀਂ ਪੜ੍ਹਾਈ ਹੈ ਵੀ ਡੈਕਸਾਂ ਤੇ ਬਹਿ ਕੇ ਤੇ ਸਿੱਖੀ ਦੀ ਪੜ੍ਹਾਈ ਪੜ੍ਹ ਲਈ ਹੈ 4 ਕਿਤਾਬਾਂ ਪੜ੍ਹ ਕੇ। ਪਿਆਰਿਓ ਨਹੀਂ, ਇੱਥੇ ਸਿੱਖ ਬਣਨਾ, ਗੁਰੂ ਦੀ ਰਜ਼ਾ ਦਾ ਕੋਈ ਪਤਾ ਨਹੀਂ ਹੈ, ਗੁਰੂ ਕਿਹੜੇ ਵੇਲੇ ਡੰਡੇ ਵੀ ਮਾਰਨ ਲੱਗ ਪਵੇ ਜੀ। ਪਰ ਸਿੱਖ ਉਹ ਹੈ ਜਿਹੜਾ ਗੁਰੂ ਸਾਹਿਬ ਨੂੰ ਇਹ ਵੀ ਨਾ ਪੁੱਛੇ ਵੀ ਮਹਾਰਾਜ ਡੰਡਾ ਕਿਉਂ ਮਾਰਿਆ, ਇਹ ਵੀ ਨਹੀਂ ਪੁੱਛਣਾ। ਸੋ ਹੁਣ ਆਪਾਂ ਅੱਗੋਂ ਪਿਆਰ ਦੇ ਨਾਲ ਕਥਾ ਸਰਵਣ ਕਰੀਏ। ਸਾਰੀ ਸਿੱਖ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਰਖਨ ਹਿਤ ਸਿੱਖੀ ਤਬੈ, ਸਾਂਗ ਅਰੰਭਿਓ ਭੂਰ। ਮਹਾਰਾਜ ਸੱਚੇ ਪਾਤਸ਼ਾਹ ਸਿੱਖੀ ਨੂੰ ਪਰਖਣ ਵਾਸਤੇ ਹੁਣ ਇੱਕ ਵੱਡਾ ਸਾਂਗ ਮਹਾਰਾਜ ਨੇ ਬਣਾਇਆ। ਹੁਣ ਮਹਾਰਾਜ ਵੱਡੀ ਲੀਲਾ ਇੱਕ ਕਰਨ ਲੱਗੇ ਹਨ। ਸੋਈ ਸਾਬਤ ਰਹਿ ਸਕੈ, ਜਿਸ ਪਰ ਕਰੁਣਾ ਤੂਰ। ਆਪਣਾ ਮਾਣ ਇੱਥੇ ਕੋਈ ਨਹੀਂ ਹੈ। ਕਵੀ ਸੰਤੋਖ ਸਿੰਘ ਜੀ ਸਾਨੂੰ ਸਿੱਖਿਆ ਦੇ ਰਹੇ ਹੈ, ਕਹਿੰਦੇ ਪਿਆਰਿਓ ਸਿੱਖੀ ਦੀ ਪਰਖ ਵਿੱਚ ਸਾਬਤ ਉਹੋ ਹੀ ਰਹੇਗਾ ਜਿਸ ਉੱਤੇ ਗੁਰੂ ਨਾਨਕ ਸਾਹਿਬ ਆਪ ਕਿਰਪਾ ਕਰ ਦੇਣਗੇ ਜੀ। ਉਹ ਆਇਆ ਸੀ ਨਾ, ਭਾਈ ਗੁਰਦਾਸ ਜੀ ਦਾ ਬਚਨ ਆਉਂਦਾ ਹੈ, ਭਾਈ ਗੁਰਦਾਸ ਜੀ ਦੀ ਬਾਣੀ ਦੇ ਵਿੱਚ ਉਹ ਕਹਿੰਦੇ ਆ ਸੰਗੈ ਅੰਦਰ ਸਾਬਤੇ ਵਿਰਲੇ ਹੀ ਬੰਦੇ। ਪਹਿਲਾਂ ਬਚਨ ਕੀਤਾ ਸੀ ਜੇ ਗੁਰ ਸਾਂਗ ਵਰਤਾਏ ਦਾ ਸਿੱਖ ਸਿਦਕ ਨਾ ਹਾਰੇ। ਗੁਰੂ ਸਾਂਗ ਵਰਤਾਵੇ ਸਿੱਖ ਸਿਦਕ ਨਾ ਹਾਰੇ। ਪਰ ਫਿਰ ਕਹਿਣ ਲੱਗੇ ਨਹੀਂ ਨਹੀਂ, ਜੇ ਗੁਰੂ ਨੇ ਸਾਂਗ ਵਰਤਾਇਆ ਤੇ ਫਿਰ ਸਿੱਖ ਵਿਚਾਰਾ ਕੀ ਕਰ ਸਕਦਾ ਹੈ। ਸਿੱਖ ਤੇ ਅੱਜ ਵੀ ਭਰਮਿਆ ਤੇ ਕੱਲ ਵੀ ਭਰਮਿਆ। ਅਖੀਰ ਤੇ ਆਖਿਆ ਸੀ ਸਾਂਗ ਵਿੱਚ ਉਹੋ ਹੀ ਸਾਬਤ ਰਹਿ ਸਕਦੇ ਹੈ, ਪਰਖ ਵਿੱਚ ਉਹੋ ਹੀ ਬਚ ਸਕਦੇ ਹੈ ਜਿਨ੍ਹਾਂ ਤੇ ਗੁਰੂ ਨਾਨਕ ਆਪ ਮਿਹਰ ਕਰਕੇ ਜਿਨ੍ਹਾਂ ਨੂੰ ਪਾਸ ਕਰ ਦਵੇ ਜੀ। ਉਹਦੀ ਮਿਹਰ ਤੋਂ ਬਗੈਰ ਪਾਸ ਨਹੀਂ ਜੇ ਹੋਇਆ ਜਾਂਦਾ। ਸਿੱਖੀ ਦੇ ਇਮਤਿਹਾਨ ਵਿੱਚ ਉਹਦੀ ਕਿਰਪਾ ਤੋਂ ਬਗੈਰ ਪਾਸ ਨਹੀਂ ਜੇ ਹੋਇਆ ਜਾਂਦਾ। ਕਵੀ ਸੰਤੋਖ ਸਿੰਘ ਲਿਖਦੇ ਆ, ਕਹਿੰਦੇ ਸੋਈ ਸਾਬਤ ਰਹਿ ਸਕੈ ਜਿਸ ਪਰ ਕਰੁਣਾ ਤੂਰ। ਉਹੋ ਹੀ ਸਾਬਤ ਰਹਿ ਸਕਦਾ ਹੈ ਜਿਹਦੇ ਤੇ ਗੁਰੂ ਨਾਨਕ ਸਾਹਿਬ ਆਪ ਕਿਰਪਾ ਕਰਦੇ ਹਨ। ਚੌਪਈ ਹੁਤੀ ਜੋ ਦੂਰ ਉਜਾੜ ਵਿਸਾਲਾ। ਹੁਣ ਮਹਾਰਾਜ ਸਾਰਿਆਂ ਨੂੰ ਲੈ ਕੇ ਨਾਲ ਤੁਰੇ ਆ ਤੇ ਜਿਹੜੀ ਦੂਰ ਉਜਾੜ ਥਾਂ ਹੈ ਜਿੱਥੇ ਕੋਈ ਹੋਰ ਬੰਦਾ ਨਹੀਂ ਰਹਿੰਦਾ, ਪਹੁੰਚੇ ਲੈ ਸਿੱਖ ਸੰਗ ਕਿਰਪਾਲਾ। ਤੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਸਿੱਖਾਂ ਨੂੰ ਲੈ ਕੇ ਉਸ ਉਜਾੜ ਦੇ ਵਿੱਚ ਪਹੁੰਚ ਗਏ। ਤਹਾਂ ਸਿਰੜੀ ਪਰ ਸ਼ਵ ਇੱਕ ਦੇਖਾ। ਤੇ ਸਾਧ ਸੰਗਤ ਜੀ ਫਿਰ ਮਹਾਰਾਜ ਨੇ ਲੀਲਾ ਵਰਤਾਈ। ਉੱਥੇ ਕੀ ਹੈ? ਉੱਥੇ ਸਾਧ ਸੰਗਤ ਜੀ ਸਫੇਦ ਕੱਪੜਿਆਂ ਦੇ ਵਿੱਚ ਇੱਕ ਮੁਰਦਾ ਪਿਆ ਹੋਇਆ ਹੈ। ਹਾਂਜੀ, ਉੱਪਰ ਅੰਬਰ ਸੇਤ ਵਿਸ਼ੇਖਾ। ਚਿਖਾ ਹੈ, ਚਿਖਾ ਤੇ ਚਿੱਟੇ ਕੱਪੜੇ ਉੱਤੇ ਪਾਏ ਹੋਏ ਆ ਤੇ ਮੁਰਦਾ ਪਿਆ ਹੋਇਆ ਉੱਥੇ। ਹਾਂਜੀ, ਕੇਤਿਕ ਕਾਸ਼ਟ ਪਰੇ ਸਮੀਪਾ। ਤੇ ਸਾਧ ਸੰਗਤ ਉਹਦੇ ਲਾਗੇ ਲਾਗੇ ਲੱਕੜਾਂ ਵੀ ਲੱਗੀਆਂ ਹੋਈਆਂ ਨੇ, ਪਈਆਂ ਨੇ ਲਾਗੇ। ਹਾਂਜੀ, ਭਏ ਠਾਂਡ ਬੇਦੀ ਕੁਲ ਦੀਪਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਲੀਲਾ ਵਰਤਾ ਰਹੇ। ਹੱਥ ਵਿੱਚ ਮਹਾਰਾਜ ਨੇ ਡਾਂਗ ਫੜੀ ਹੈ
ਕੁਤਬਾ ਫੜਿਆ, ਮਹਾਰਾਜ ਉਸ ਮੁਰਦੇ ਦੇ ਲਾਗੇ ਜਾ ਕੇ ਖਲੋ ਗਏ ਜੀ। ਹਾਂਜੀ, ਸਰਬ ਸਿੱਖ ਤਬ ਆਨ ਪਹੁੰਚੇ। ਹੌਲੀ ਹੌਲੀ ਸਤਿਗੁਰੂ ਜੀ ਦੇ ਪਿੱਛੇ ਸਿੱਖ ਵੀ ਆ ਪਹੁੰਚੇ ਜੀ ਉੱਥੇ। ਹਾਂਜੀ, ਤਿਨਹਿ ਸੁਨਾਏ ਭਨੇ ਬਚ ਉੱਚੇ। ਤੇ ਮਹਾਰਾਜ ਗਰੀਬ ਨਵਾਜ ਉੱਚੀ ਸਿੱਖਾਂ ਨੂੰ ਇਹ ਗੱਲ ਕਹਿਣ ਲੱਗੇ, ਜੇ ਤੁਮ ਹਮਰੇ ਸਿੱਖ ਕਹਾਵੋ। ਭਾਈ ਸਿੱਖੋ, ਜੇ ਤੁਸੀਂ ਮੇਰੇ ਸਿੱਖ ਅਖਵਾਉਂਦੇ ਹੋ, ਜੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਮੇਰੇ ਸਿੱਖ ਹੋ, ਮਾਨੋ ਬਚਨ ਨਾ ਸਦਨ ਸਿਧਾਵੋ। ਹੁਣ ਘਰ ਨਾ ਜਾਇਓ ਤੇ ਸਾਡਾ ਬਚਨ ਮੰਨਿਓ। ਹਾਂਜੀ, ਪਰਿਓ ਸਿੜ੍ਹੀ ਪਰ ਸ਼ਵ ਇੱਕ ਖਾਵੋ। ਮਹਾਰਾਜ ਕਹਿਣ ਲੱਗਿਆ, ਫੱਟੇ ਤੇ ਜਿਹੜੀ ਲਾਸ਼ ਪਈ ਹੋਈ ਹੈ ਨਾ, ਪਰਿਓ ਸਿੜੀ ਪਰ ਸ਼ਵ ਇਹ ਖਾਵੋ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਕਈ ਭਰਮ ਚ ਪੈ ਜਾਂਦੇ ਆ, ਮਹਾਰਾਜ ਪ੍ਰੀਖਿਆ ਲੈ ਰਹੇ ਆ। ਮਹਾਰਾਜ ਕਹਿੰਦੇ ਇਹ ਲਾਸ਼ ਨੂੰ ਖਾਣਾ ਤੁਸਾਂ। ਹਾਂਜੀ, ਜੇ ਨਹਿ ਖਾਵੋ ਹੋ ਤੋ ਪਛਤਾਵੋ। ਚੇਤਾ ਰੱਖਿਓ, ਜੇ ਲਾਸ਼ ਨਹੀਂ ਖਾਓਗੇ ਤੇ ਫਿਰ ਪਛਤਾਵੋਗੇ। ਸੁਨ ਬਿਸਮਾਦ ਭਏ ਮਨ ਮਾਹੀ। ਸਿੱਖ ਬੜੇ ਹੈਰਾਨ ਹੋਏ, ਇਹ ਕੈਸਾ ਬਚਨ ਸੱਚੇ ਪਾਤਸ਼ਾਹ ਮਹਾਰਾਜ ਕਰ ਰਹੇ ਹੈ। ਹਾਂਜੀ, ਧੀਰਜ ਰਹਿਓ ਹਿਰਦੈ ਕਿਸ ਨਾਹੀ। ਪਿਆਰਿਓ, ਮੁਰਦੇ ਦੇ ਤੇ ਲਾਗੋ ਨੀਚੇ ਬੰਦੇ ਲੰਘਦੇ ਛੇਤੀ। ਹਾਂਜੀ, ਤੇ ਮੁਰਦਾ ਖਾਣਾ ਤੇ ਬੜੀ ਦੂਰ ਦੀ ਗੱਲ ਹੈ। ਉਹ ਸਿੱਖ ਅੰਦਰ ਧੀਰਜ ਹਾਰ ਗਏ ਜੀ, ਵੀ ਇਹ ਕੰਮ ਨਹੀਂ ਹੋਣਾ ਸਾਡੇ ਕੋਲੋਂ। ਹਾਂਜੀ, ਕੇਤਿਕ ਸੰਗ ਤਜ ਪੁਰੀ ਸਿਧਾਰੇ। ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਹ ਵਿਚਾਰ ਨਹੀਂ ਕੀਤੀ ਵੀ ਮਹਾਰਾਜ ਦੇ ਸਾਨੂੰ ਕਹਿ ਰਹੇ ਤੇ ਕੋਈ ਕਾਰਨ ਹੋਏਗਾ, ਪਰ ਉਹ ਸਾਥ ਛੱਡ ਕੇ ਤੇ ਸਾਧ ਸੰਗਤ ਜੀ ਵਾਪਸ ਆ ਗਏ, ਨਗਰ ਦੇ ਵਿੱਚ ਆ ਗਏ। ਹਾਂਜੀ, ਕੇਤਿਕ ਦੁਰੇ ਭਜ ਝਾਰ ਮਝਾਰੇ। ਕਈ ਝਾੜੀਆਂ ਦੇ ਪਿੱਛੇ ਜਾ ਕੇ ਲੁਕ ਕੇ, ਮੁਰਦਾ ਕੌਣ ਖਾਵੇ। ਹਾਂਜੀ, ਕੇਤਿਕ ਧਾਰ ਹੱਠ ਰਹੇ ਸਮੀਪਾ। ਪਰ ਕਈ ਜਿੱਦ ਕਰਕੇ ਉੱਥੇ ਖਲੋਤੇ ਰਹੇ ਜੀ, ਗਏ ਨਹੀਂ ਜੀ ਉੱਥੇ। ਮਹਾਰਾਜ ਕਹਿਣ ਖਾਓ ਮੁਰਦਾ, ਤੇ ਉਹ ਚੁੱਪ ਕਰਕੇ ਖਲੋਤੇ ਜੀ ਉੱਥੇ। ਹਾਂਜੀ, ਤਿੰਨ ਪਿੱਖ ਕਹਿ ਬੇਦੀ ਕੁਲ ਦੀਪਾ। ਮਹਾਰਾਜ ਨੇ ਵੇਖਿਆ ਉਹਨਾਂ ਨੂੰ ਖਲੋਤਿਆਂ, ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਬਚਨ ਕਰ ਰਹੇ ਐ, ਜੇ ਤੁਮ ਠਾਂਡੇ ਰਹੋ ਇਹ ਥਾਨਾ। ਮਹਾਰਾਜ ਕਹਿੰਦੇ ਸਿੱਖੋ, ਤੁਸੀਂ ਆਪਣੇ ਆਪ ਨੂੰ ਸਿੱਖ ਕਹਾਉਂਦੇ ਹੋ, ਤੇ ਜੇ ਇਸ ਥਾਂ ਤੇ ਖਲੋਣਾ ਹੈ, ਸ਼ਬ ਕੋ ਖਾਵੋ ਬਿਲਮ ਕਰ ਹਾਨਾ। ਜੇ ਇਸ ਥਾਂ ਤੇ ਸਾਡੇ ਲਾਗੇ ਖਲੋਣਾ ਤੇ ਪਹਿਲਾਂ ਇਸ ਲਾਸ਼ ਨੂੰ ਖਾਓ। ਮਹਾਰਾਜ ਕਹਿੰਦੇ ਇਸ ਮੁਰਦੇ ਨੂੰ ਖਾਓ ਪਹਿਲਾਂ, ਬਿਨਾਂ ਦੇਰ ਤੋਂ, ਹੁਣੇ ਖਾਓ। ਨਾਹੇ ਤਾਂ ਜਾਵੋ ਸਦਨ ਕੋ ਧਾਈ। ਨਹੀਂ ਤੇ ਘਰ ਭੱਜ ਜਾਓ। ਮਹਾਰਾਜ ਕਹਿਣ ਲੱਗੇ, ਧਾਈ ਦਾ ਅਰਥ ਹੁੰਦਾ ਭੱਜ ਜਾਓ। ਮਹਾਰਾਜ ਕਹਿੰਦੇ ਘਰ ਚਲੇ ਜਾਓ, ਭੱਜ ਜਾਓ। ਗੁਰੂ ਨਾਨਕ ਸਾਹਿਬ ਐਸੇ ਸਖਤ ਸ਼ਬਦ ਵਰਤ ਰਹੇ ਆ। ਹਾਂਜੀ, ਦੋ ਮੈਂ ਕਰਹੁ ਜੇ ਇੱਕ ਮਨ ਭਾਈ। ਤੁਹਾਡੇ ਕੋਲ ਦੋ ਕੰਮ ਨੇ, ਜਾਂ ਤਾਂ ਮੁਰਦਾ ਖਾ ਲਓ ਤੇ ਜਾਂ ਫਿਰ ਘਰ ਚਲੇ ਜਾਓ, ਭੱਜ ਜਾਓ ਇੱਥੋਂ। ਹਾਂਜੀ, ਡਰਤ ਹਿਰਦੇ ਕੰਪਤ ਤਨ ਸਾਰੇ। ਹੁਣ ਸਾਰੇ ਡਰ ਰਹੇ ਆ, ਕੰਬ ਵੀ ਰਹੇ ਆ। ਹਾਂਜੀ, ਹੱਥ ਬੰਦ ਕੈ ਬਚਨ ਉਚਾਰੇ। ਹੱਥ ਜੋੜ ਕੇ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਖ ਕਹਿਣ ਲੱਗੇ। ਹਾਂਜੀ, ਹਮ ਹੈ ਸਿੱਖ ਨਾ ਗਮਨੈ ਧਾਮੂ। ਕਹਿੰਦੇ ਮਹਾਰਾਜ ਅਸੀਂ ਸਿੱਖ ਹਾਂ, ਮਹਾਰਾਜ ਅਸੀਂ ਘਰ ਨਹੀਂ ਜਾਣਾ। ਹਾਂਜੀ, ਮਾਰਿਓ ਕੁਤਕਾ ਸੁਨ ਸਿੱਖ ਨਾਮੂ। ਜਦੋਂ ਕਹਿਣ ਨਾ ਅਸੀਂ ਸਿੱਖ ਹਾਂ, ਮਹਾਰਾਜ ਇੱਕ ਡਾਂਗ ਮਾਰਨ, ਉਹਨਾਂ ਦੇ ਡਾਂਗ ਮਾਰਨ ਤੇ ਕੁਤਕਾ ਮਾਰ ਕੇ, ਡੰਡਾ ਮਾਰ ਕੇ ਮਹਾਰਾਜ ਇਹ ਗੱਲ ਕਹਿਣ, ਕੁੱਟਣ ਹਮਰੇ ਸਿੱਖ ਕਹਾਵੋ। ਮੈਂ ਕਹਿੰਦੇ ਕੁੱਟਣ ਹਮਰੇ ਸਿੱਖ ਕਹਾਵੋ। ਕੁੱਟਣ ਦਾ ਅਰਥ ਹੁੰਦਾ ਦੋ ਭੇਖੀਆ। ਮਹਾਰਾਜ ਕਹਿੰਦੇ ਦੋ ਭੇਖੀਏ ਨਾ ਹੋਣ ਤੇ ਸਾਡੇ ਸਿੱਖ ਖਵਾਉਂਦੇ ਆ। ਹਾਂਜੀ, ਬਚਨ ਕਰਿਓ ਗੁਰ ਸੋ ਨਾ ਕਮਾਵੋ। ਜਿਹੜਾ ਬਚਨ ਕੀਤਾ ਉਹ ਤੇ ਕਮਾਉਂਦੇ ਨਹੀਂ ਹੋ, ਜਿਹੜਾ ਕੰਮ ਕਿਹਾ ਉਹ ਤੇ ਕਰਦੇ ਨਹੀਂ ਹੋ। ਹਾਂਜੀ, ਦੋਹਰਾ ਪੁੰਨ ਮਾਰਨ ਕੁਤਕੇ ਲੱਗੇ, ਭਾਗੇ ਸਭ ਕਰ ਤਰਾਸ। ਬਸ ਇਹ ਬਚਨ ਕਹਿ ਕੇ ਮਹਾਰਾਜ ਨੇ ਕੁੱਤਕੇ ਮਾਰੇ ਜੀ ਉਹਨਾਂ ਦੇ। ਮਹਾਰਾਜ ਕਹਿੰਦੇ ਜੇ ਸਾਡੇ ਸਿੱਖ ਹੋ ਤੇ ਬਚਨ ਮੰਨੋ। ਇਹਦਾ ਭਾਵ ਲਿਓ ਸੰਗਤ ਜੀ, ਗੁਰੂ ਨੂੰ ਉਹ ਪ੍ਰਵਾਨ ਜਿਹੜਾ ਬਚਨ ਮੰਨਦਾ ਹੈ।
ਡੰਡੇ ਮਾਰਨ ਲੱਗੇ ਮਹਾਰਾਜ, ਫਿਰ ਡਰਦਿਆਂ ਭੱਜ ਗਏ ਜੀ ਸਾਰੇ ਉੱਥੋਂ। ਹਾਂਜੀ। ਰਹਿਓ ਨਾ ਕੋ ਸੰਗ ਤਬ, ਇੱਕ ਲਹਿਣਾ ਰਹਿ ਪਾਸ। ਕਹਿੰਦੇ ਆ ਇੱਕ ਲਹਿਣਾ ਜੀ ਮਹਾਰਾਜ ਜੀ ਦੇ ਕੋਲ ਰਹੇ ਸਨ। ਉੱਥੇ ਇਤਿਹਾਸ ਵਿੱਚ ਇੱਕ ਹੋਰ ਬੋਲ ਹੈ, ਉਦਾਸ ਸਾਧ ਸੰਗਤ ਆਪ ਜੀ ਦੇ ਚਰਨਾਂ 'ਚ ਬੇਨਤੀ ਕਰ ਦੇਵੇ। ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਵੀ ਰਹੇ ਸਨ, ਵਾਪਸ ਨਹੀਂ ਸੀ ਮੁੜਦੇ। ਤੇ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਸੀ ਵੀ ਹੁਣ ਸਾਡੇ ਮਗਰ ਕਿਉਂ ਆਉਣਾ? ਤੇ ਬਾਬਾ ਬੁੱਢਾ ਸਾਹਿਬ ਕਹਿੰਦੇ ਸੀ ਕਿੱਧਰ ਜਾਵਾਂ ਮਹਾਰਾਜ, ਮੇਰਾ ਤੇ ਆਸਰਾ ਤੁਸੀਂ ਹੋ। ਤੇ ਮਹਾਰਾਜ ਨੇ ਬਚਨ ਕੀਤਾ ਸੀ, ਬੁੱਢਿਆ ਤੈਥੋਂ ਓਹਲੇ ਕਦੇ ਨਾ ਹੋਸਾਂ, ਜਾ ਤੂੰ ਚਲੇ ਜਾ ਇੱਥੋਂ। ਮਹਾਰਾਜ ਕਹਿਣ ਲੱਗੇ, ਉਹ ਵੀ ਚਲੇ ਗਏ। ਰਹਿ ਕੌਣ ਗਿਆ? ਹਾਂਜੀ, ਰਹਿਓ ਨਾ ਕੋ। ਰਹਿਓ ਨਾ ਕੋ ਸੰਗ ਤਬ, ਇੱਕ ਲਹਿਣਾ ਰਹਿ ਪਾਸ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸੰਗਤ ਜੀ ਇੱਕ ਭਾਈ ਲਹਿਣਾ ਜੀ ਮਹਾਰਾਜ ਦੇ ਕੋਲ ਰਹੇ ਜੀ, ਬਾਕੀ ਸਭ ਚਲੇ ਗਏ। ਹਾਂਜੀ। ਚੌਪਈ ਤਿਸੇ ਬਿਲੋਕਤ ਬਚਨ ਉਚਾਰਾ। ਮਹਾਰਾਜ ਨੇ ਭਾਈ ਲਹਿਣਾ ਜੀ ਨੂੰ ਵੇਖ ਕੇ ਬਚਨ ਕੀਤਾ, ਕਿਉਂ ਠਾਂਡੋ ਤੂੰ ਨਹੀਂ ਸਿਧਾਰਾ। ਮਹਾਰਾਜ ਕਹਿੰਦੇ ਤੂੰ ਕਿਉਂ ਖੜਾ ਹੈ? ਇਸ ਤਰ੍ਹਾਂ ਹੀ ਬਚਨ ਕੀਤਾ, ਤੂੰ ਕਿਉਂ ਨਹੀਂ ਗਿਆ? ਹਾਂਜੀ। ਆਹ ਜੇ ਸਿੱਖ ਬਚਨ ਮਾਨੋ ਮੋਰ। ਜੇ ਸਿੱਖ ਹੈ ਫਿਰ ਸਾਡਾ ਬਚਨ ਮੰਨ। ਸੰਗਤ ਜੀ ਬੜਾ ਔਖਾ ਕੰਮ ਹੈ ਮੁਰਦਾ ਖਾਣਾ। ਹਾਂਜੀ। ਸ਼ਵ ਕੋ ਖਾਵੋ ਬਿਲੰਬ ਨਹੀਂ ਕਰ। ਇਹ ਲਾਸ਼ ਨੂੰ ਖਾ, ਹੁਣੇ ਖਾ। ਮਹਾਰਾਜ ਕਹਿਣ ਲੱਗੇ ਜੇ ਸਿੱਖ ਹੈ। ਹਾਂਜੀ। ਸੁਣ ਕੇ ਲਹਿਣੇ ਦ્વੈ ਕਰ ਜੋਰੇ। ਤੇ ਭਾਈ ਲਹਿਣਾ ਜੀ ਨੇ ਦੋਵੇਂ ਹੱਥ ਜੋੜ ਲਏ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕੀਤੀ, ਨਹਿਰ ਜਾਏ ਮੋਰਹੁ ਪ੍ਰਣ ਮੋਰੇ। ਮਹਾਰਾਜ ਮੇਰਾ ਪ੍ਰਣ ਹੈ। ਕੀ ਪ੍ਰਣ? ਮੈਂ ਕਦੀ ਵੀ ਤੁਹਾਡਾ ਹੁਕਮ ਨਹੀਂ ਮੋੜਨਾ। ਸਰਬਸ ਕੁਝ ਦਾਨ ਕੀਤਾ ਨਾ, ਸਰਬੰਸ ਆਪਣਾ ਦੇਤਾ ਨਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ। ਹਾਂਜੀ। ਰਾਵਰ ਕੋ ਪਰਵਾਹ ਨਾ ਕੋਈ। ਮਹਾਰਾਜ ਮੈਨੂੰ ਆਪਣੇ ਆਪ ਦੀ ਕੋਈ ਪਰਵਾਹ ਨਹੀਂ ਹੈਗੀ। ਹਾਂਜੀ। ਹਮ ਹੈ ਸਿੱਖ ਸ਼ਰਨਾਗਤ ਹੋਈ। ਤੇ ਆਪ ਜੀ ਨੂੰ ਤੇ ਕੋਈ ਪਰਵਾਹ ਨਹੀਂ ਹੈ ਮਹਾਰਾਜ, ਆਪ ਤਾਂ ਬੇਪਰਵਾਹ ਹੋ। ਅਸੀਂ ਤੇ ਸਿੱਖਾਂ ਨਾ, ਅਸੀਂ ਤੇ ਬਚਨ ਮੰਨਣਾ ਨਾ। ਹਾਂਜੀ। ਚਾਹੇ ਤਾਂ ਰੱਖ ਹੈ ਭਾਵੇਂ ਮਾਰੀ। ਉਹੋ ਹੀ ਗੱਲ ਬਾਰ-ਬਾਰ ਭਾਈ ਲਹਿਣਾ ਜੀ ਕਰਦੇ। ਤੁਸੀਂ ਕੱਲ ਦੀ ਕਥਾ 'ਚ ਵੀ ਸੁਣਿਆ, ਭਾਈ ਲਹਿਣਾ ਜੀ ਬਾਰ-ਬਾਰ ਕਹਿੰਦੇ, ਹੇ ਗੁਰੂ ਨਾਨਕ ਸਾਹਿਬ ਰੱਖਣਾ ਤੇ ਰੱਖ ਲਓ, ਮਾਰਨਾ ਤੇ ਮਾਰ ਦਿਓ। ਅਸੀਂ ਤੇ ਤੁਹਾਡੀ ਸ਼ਰਨ 'ਚ ਆਏ ਆ। ਫਿਰ ਬੇਨਤੀ 'ਚ ਸੰਗਤ ਜੀ, ਇਹ ਉੱਤੋਂ ਨਹੀਂ ਕਹਿ ਰਹੇ, ਇਹ ਅੰਦਰੋਂ ਕਹਿ ਰਹੇ। ਹਾਂਜੀ। ਹਾਉ ਨਹਿ ਤਜ ਹਾਂ ਸ਼ਰਨ ਤੁਮਹਾਰੀ। ਮਹਾਰਾਜ ਮੈਂ ਤੇ ਨਹੀਂ ਤੁਹਾਡੀ ਸੰਗਤ ਛੱਡਣੀ, ਤੁਸੀਂ ਰੱਖਣਾ ਰੱਖੋ, ਮਾਰਨਾ ਮਾਰ ਦਿਓ, ਮਰਜ਼ੀ ਤੁਹਾਡੀ ਹੈ। ਸ਼੍ਰੀ ਗੁਰ ਕਹੈ ਜੇ ਸੰਗ ਨਾ ਤਿਆਗੋ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਅੱਛਾ ਜੇ ਤੂੰ ਸਾਡਾ ਸੰਗ ਨਹੀਂ ਛੱਡ ਸਕਦਾ। ਹਾਂਜੀ। ਮਿਰਤਕ ਪਰੇ ਕੋ ਖਾਵਨ ਲਾਗੋ। ਇਹ ਮਹਾਰਾਜ ਕਹਿੰਦੇ ਲਾਸ਼ ਪਈ ਆ, ਖਾ ਲਾਸ਼ ਨੂੰ, ਇਸ ਲਾਸ਼ ਨੂੰ ਖਾ, ਛਕ। ਹਾਂਜੀ। ਲਹਿਣਾ ਸੁਨਤ ਫਿਰਿਓ ਚਹੁ ਫੇਰੇ। ਭਾਈ ਲਹਿਣਾ ਜੀ ਨੇ ਹੱਥ ਜੋੜੇ ਤੇ ਲਾਸ਼ ਦੀਆਂ ਪਰਿਕਰਮਾ ਕੀਤੀਆਂ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਲਾਸ਼ ਦੀ ਪਰਿਕਰਮਾ ਕਰ ਰਹੇ ਭਾਈ ਲਹਿਣਾ ਜੀ। ਹਾਂਜੀ। ਗੁਰੂ ਕਹਿਓ ਕਿਉਂ ਲਾਈ ਡੇਰੇ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਲਹਿਣਿਆ ਇੰਨਾ ਚਿਰ ਕਿਉਂ ਲਾਇਆ ਈ? ਹਾਂਜੀ। ਜਿਤ ਦਿਸ਼ ਹੁਕਮ ਕਰੋ ਤੇ ਖਾਵੋ। ਭਾਈ ਲਹਿਣਾ ਜੀ ਹੱਥ ਜੋੜ ਕੇ ਕਹਿੰਦੇ, ਮਹਾਰਾਜ ਮੈਂ ਤੇ ਤੁਹਾਡਾ ਹੁਕਮ ਉਡੀਕ ਰਿਹਾ। ਮਹਾਰਾਜ ਇਹ ਦੱਸੋ ਸਿਰ ਵਾਲੇ ਪਾਸਿਓਂ ਖਾਣੀ ਹੈ ਕਿ ਪੈਰਾਂ ਵਾਲੇ ਪਾਸਿਓਂ ਖਾਣੀ? ਗੱਜ ਕੇ ਆਖੋ ਵਾਹਿਗੁਰੂ। ਵੇਖ ਲੋ ਇਹ ਸਿੱਖੀ ਹੈ। ਥੋੜਾ ਜਿਹਾ ਸਮਾਂ ਪਿਆਰਿਓ ਡੈਕਸਾਂ ਤੇ ਬਹਿ ਕੇ ਸਿੱਖੀ ਦੀਆਂ ਕਿਤਾਬਾਂ ਪੜ੍ਹਨ ਨਾਲ ਸਿੱਖੀ ਨਹੀਂ ਜੇ ਮਿਲਦੀ ਹੈ, ਉਹ ਤੇ ਜਾਣਕਾਰੀ ਹੈ। ਸਿੱਖੀ ਕਮਾਉਣੀ ਤੇ ਗੁਰੂ ਦੀ ਹਜ਼ੂਰੀ ਵਿੱਚ ਹੁੰਦੀ ਹੈ। ਮਹਾਰਾਜ ਦੱਸੋ ਸਿਰ ਵਾਲੇ ਪਾਸਿਓਂ ਖਾਵਾਂ ਕਿ ਪੈਰਾਂ ਵਾਲੇ ਪਾਸਿਓਂ? ਹਾਂਜੀ। ਇਸ ਰਜਾਏ ਹਿਤ ਬਿਲਮ ਲਗਾਵੋ। ਬਸ ਇਹੋ ਹੀ ਦੇਰੀ ਹੈ। ਮਹਾਰਾਜ ਹੁਕਮ ਕਰੋ ਕਿਹੜੇ ਪਾਸਿਓਂ ਖਾਵਾਂ? ਗੁਰੂ ਕਹਿਓ ਪੱਗ ਤੇ ਲਗ ਖਾਨੇ। ਸਿਰ ਲਾਓ ਖਾਓ ਬਚਨ ਕੋ ਮਾਨੇ। ਧੰਨ ਗੁਰੂ ਨਾਨਕ ਸਾਹਿਬ ਲਹਿਣਾ ਜੀ ਨੂੰ ਕਹਿਣ ਲੱਗੇ, ਲਹਿਣਿਆ ਪੈਰਾਂ ਤੋਂ ਸ਼ੁਰੂ ਹੋ ਤੇ ਸਿਰ ਤੱਕ ਸਾਰੀ ਖਾ ਜਾ। ਮਹਾਰਾਜ ਕਹਿਣ ਲੱਗੇ ਪੈਰਾਂ ਤੋਂ ਸ਼ੁਰੂ ਹੋ ਤੇ ਸਿਰ ਤੱਕ ਖਾ ਜਾ।
ਹਾਂਜੀ। ਤਿਹ ਛਿਨ ਲਹਿਣੇ ਤੂਰਨ ਕੀਨੀ। ਲੈਣਾ ਜੀ ਨੇ ਉਸੇ ਵੇਲੇ ਹੀ 7 ਬਚਨ ਕੀਤਾ। ਆਇਸ ਅਨੁਸਾਰੀ ਮਤ ਭੀਨੀ। ਕਿਉਂ? ਲੈਣਾ ਜੀ ਦੀ ਮਤ ਤਾਂ ਗੁਰੂ ਜੀ ਦੀ ਆਗਿਆ ਦੇ ਅਨੁਸਾਰ ਭਿੱਜੀ ਹੋਈ ਹੈ। ਹਾਂਜੀ। ਸੇਤ ਸੋ ਬਸਤਰ ਉਤਾਰਾ ਜਬ ਹੀ। ਉਹ ਜਦੋਂ ਪੈਰਾਂ ਵਾਲੇ ਪਾਸਿਓਂ ਚਿੱਟਾ ਕੱਪੜਾ ਪਰਾਂ ਕੀਤਾ, ਦੇਖਿਓ ਸਰਬ ਤਿਹਾਵਲ ਤਬ ਤੇ ਹੀ। ਸਾਧ ਸੰਗਤ ਮਹਾਰਾਜ ਨੇ ਵੀ ਭਾਈ ਲੈਣਾ ਜੀ ਨੂੰ ਲਾਸ਼ ਥੋੜੀ ਖਵਾਉਣੀ ਸੀਗੀ। ਮਹਾਰਾਜ ਤੇ ਪ੍ਰੀਖਿਆ ਹੀ ਲੈ ਰਹੇ ਸਨ। ਜਦੋਂ ਸਤਨਾਮ ਵਾਹਿਗੁਰੂ ਕਹਿ ਕੇ ਕੱਪੜਾ ਚੁੱਕਿਆ ਤੇ ਸਾਧ ਸੰਗਤ ਜੀ ਉਹ ਜਿੰਨੀ ਲਾਸ਼ ਸੀ ਸਾਰੀ ਕੜਾ ਪ੍ਰਸ਼ਾਦ ਬਣ ਗਈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਤਿਹ ਨੇਤਰ ਸਮ ਲੋਥ ਬਣਾਈ। ਹਾਂਜੀ। ਲਖ ਅਚਰਜ ਰਹਿਓ ਬਿਸਮਾਈ। ਮਤਲਬ ਪਹਿਲਾਂ ਉਹ ਅੱਖਾਂ ਸਾਹਮਣੇ ਲੋਥ ਸੀ, ਅੱਖਾਂ ਸਾਹਮਣੇ ਕੜਾ ਪ੍ਰਸ਼ਾਦ ਬਣ ਗਿਆ ਜੀ। ਲੈਣਾ ਜੀ ਵੇਖ ਕੇ ਬੜੇ ਅਚਰਜ ਹੋਏ, ਹੈਰਾਨ ਹੋਏ। ਪ੍ਰਭ ਕੇ ਪਦ ਪੰਕਜ ਪਰ ਪਰਿਓ। ਛਕਿਆ ਨਹੀਂ, ਪਹਿਲਾਂ ਕੜਾ ਪ੍ਰਸ਼ਾਦ ਬਣਿਆ ਵੇਖ ਕੇ ਪਤਾ ਲੱਗ ਗਿਆ ਮੇਰੇ ਗੁਰੂ ਸਾਹਿਬ ਨੇ ਮੈਨੂੰ ਲਾਸ਼ ਥੋੜੀ ਖਵਾਉਣੀ ਸੀ। ਉਹ ਤੇ ਮੇਰਾ ਹੀ ਸਿਦਕ ਵੇਖ ਰਹੇ ਸਨ। ਜਿੱਥੇ ਮਹਾਰਾਜ ਗਏ ਲਾਸ਼ ਵਾਲਾ ਪਾਸਾ ਛੱਡ ਕੇ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਚਰਨ ਫੜ ਲਏ ਜਾ ਕੇ ਜੀ। ਹਾਂਜੀ। ਹਾਥ ਬੰਦ ਕੇ ਬਚਨ ਉਚਰਿਓ। ਪਹਿਲਾਂ ਚਰਨਾਂ ਤੇ ਪਏ, ਸਿਰ ਰੱਖਿਆ, ਫਿਰ ਹੱਥ ਜੋੜੇ, ਹੱਥ ਜੋੜ ਕੇ ਬਚਨ ਕੀਤਾ। ਪਾਰ ਬ੍ਰਹਮ ਕਰਤਾਰ ਅਪਾਰੀ। ਹੇ ਮਹਾਰਾਜ ਮੈਨੂੰ ਪਤਾ ਲੱਗ ਗਿਆ ਤੁਸੀਂ ਆਪ ਰੱਬ ਹੋ ਧਰਤੀ ਤੇ। ਤੁਸੀਂ ਆਪ ਹੀ ਪਾਰ ਬ੍ਰਹਮ ਹੋ, ਆਪ ਪਰਮੇਸ਼ਰ ਹੋ, ਆਪ ਕਰਤਾਰ ਹੋ। ਤੁਹਾਡਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਏਕ ਓੰਕਾਰ ਸਰਬ ਜਗ ਕਾਰੀ। ਤੁਸੀਂ ਇੱਕ ਓੰਕਾਰ ਹੋ, ਇੱਕ ਓੰਕਾਰ ਹੋ, ਵਾਹਿਗੁਰੂ ਹੋ, ਜਗਤ ਨੂੰ ਬਣਾਉਣ ਵਾਲੇ ਹੋ। ਮਹਾਰਾਜ ਤੁਸੀਂ ਆਪ ਰੱਬ ਹੋ, ਆਪ ਰੱਬ ਹੋ। ਹਾਂਜੀ। ਕਲ ਕੇ ਨਰਨ ਉਦਾਹਰਨ ਕਾਰਨ। ਕਲਯੁਗ ਦੇ ਵਿੱਚ ਸਾਨੂੰ ਮਨੁੱਖਾਂ ਨੂੰ ਤਾਰਨ ਵਾਸਤੇ ਧਰਿਓ ਦੇਹ ਕੀਰਤ ਵਿਸਤਾਰ। ਮਹਾਰਾਜ ਤੁਸੀਂ ਸਰੀਰ ਧਾਰਨ ਕੀਤਾ। ਆਪ ਪਰਮੇਸ਼ਰ ਜੀ ਤੁਸੀਂ ਧਰਤੀ ਤੇ ਆਏ ਹੋ। ਤੁਮਰੀ ਕੁਦਰਤ ਤੁਮ ਬਨਿਆਈ। ਮਹਾਰਾਜ ਤੁਹਾਡੀ ਲੀਲਾ ਤੁਹਾਨੂੰ ਹੀ ਬਣ ਆਉਂਦੀ ਹੈ, ਕੋਈ ਦੂਜਾ ਨਹੀਂ ਤੁਹਾਡੀ ਬਰਾਬਰੀ ਕਰ ਸਕਦਾ। ਨਹਿ ਔਰਨ ਤੇ ਜਾਨੀ ਜਾਈ। ਕਿਸੇ ਹੋਰ ਨਾ ਕੋਲੋਂ ਜਾਣੀ ਨਹੀਂ ਜਾ ਸਕਦੀ। ਪਿਆਰਿਓ ਭਾਈ ਲੈਣਾ ਜੀ ਨਾਲੇ ਬਚਨ ਕਰਮ ਤੇ ਨਾਲੇ ਬੈਰਾਗ ਕਰਨ, ਬੈਰਾਗ ਕਰਨ। ਹਾਂਜੀ। ਸੁਨ ਕੇ ਪਰਮ ਪ੍ਰਸੀਦੇ ਦਿਆਲਾ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਫਿਰ ਖੁਸ਼ ਹੋ ਗਏ। ਸਾਧ ਸੰਗਤ ਜੀ ਬਾਹਰੀ ਤੌਰ ਤੇ ਇਹ ਪ੍ਰੀਖਿਆ ਬੜੀ ਵੱਡੀ ਸੀਗੀ ਔਰ ਅੰਤਮ ਰੂਪ ਸੀਗਾ। ਭਾਵੇਂ ਛੋਟੀਆਂ ਛੋਟੀਆਂ ਇਹਦੇ ਤੋਂ ਬਾਅਦ ਹੋਣੀਆਂ, ਪਰ ਇਹ ਬੜੀ ਵੱਡੀ ਸੀਗੀ ਜੀ। ਹਾਂਜੀ। ਦੇਖੀ ਕਰੁਣਾ ਦ੍ਰਿਸ਼ਟ ਵਿਸਾਲਾ। ਮਹਾਰਾਜ ਗਰੀਬ ਨਵਾਜ ਜੀ ਨੇ ਮਿਹਰ ਦੀ ਦ੍ਰਿਸ਼ਟੀ ਪਾ ਦਿੱਤੀ ਲੈਣਾ ਜੀ ਤੇ। ਕਹਿਓ ਜੋ ਮੇਰੋ ਅਹ ਸਰੂਪਾ। ਸੋ ਤੁਮ ਹਵੈ ਹੈ ਪਰਨ ਅਮਨੂਪਾ। ਮਹਾਰਾਜ ਕਹਿਣ ਲੱਗੇ ਲੈਣਾ ਜੀ ਜੋ ਮੇਰਾ ਸਰੂਪ ਹੈ ਉਹ ਸਰੂਪ ਹੁਣ ਤੁਹਾਡਾ ਹੋ ਜਾਏਗਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਕੀ ਸਰੀਰ ਬਦਲ ਜਾਏਗਾ? ਗੁਰੂ ਨਾਨਕ ਸਾਹਿਬ ਕਿਸ ਸਰੂਪ ਦੀ ਗੱਲ ਕਰ ਰਹੇ? ਗੁਰੂ ਨਾਨਕ ਸਾਹਿਬ ਅੰਦਰ ਦੇ ਸਰੂਪ ਦੀ ਗੱਲ ਕਰਦੇ। ਉਹ ਨਿਰੰਜਨੀ ਜੋਤ ਦੀ ਗੱਲ ਕਰਦੇ ਆ। ਉਹ ਪਰਮੇਸ਼ਰ ਦੇ ਰੂਪ ਦੀ ਗੱਲ ਕਰਦੇ ਆ, ਜਿਹਨੂੰ ਭੱਟ ਜੀ ਕਹਿੰਦੇ ਆ ਪਾਰ ਬ੍ਰਹਮ ਪ੍ਰਤੱਖ ਦੇ ਸਵਾਰ ਕੇ ਆਇਆ ਹੈ। ਜਿਹਨੂੰ ਭੱਟ ਜੀ ਕਹਿੰਦੇ ਆ ਜਨ ਨਾਨਕ ਗੁਰ ਪਾਰ ਬ੍ਰਹਮ। ਜਿਹਨੂੰ ਭੱਟ ਜੀ ਕਹਿੰਦੇ ਆ ਹੇ ਗੁਰੂ ਨਾਨਕ ਸਾਹਿਬ ਤੁਸੀਂ ਕਲਯੁਗ ਦੇ ਮੁਖੀ ਹੋ। ਜਿਹਨੂੰ ਭੱਟ ਜੀ ਕਹਿੰਦੇ ਆ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਉਹ ਰੱਬ ਦਾ ਨਿੱਜੀ ਸਰੂਪ। ਮਹਾਰਾਜ ਕਹਿੰਦੇ ਜਿਹੜਾ ਮੇਰਾ ਸਰੂਪ ਹੈ ਉਹ ਤੇਰਾ ਬਣ ਜਾਏਗਾ। ਕਿਹੜਾ ਸਰੂਪ ਹੈ? ਪਾਰ ਬ੍ਰਹਮ ਕਰਤਾਰ ਅਪਾਰੀ ਏਕ ਓੰਕਾਰ ਸਰਬ ਜਗ ਕਾਰੀ। ਉਹ ਪਾਰ ਬ੍ਰਹਮ ਦਾ ਰੂਪ ਹੈ, ਉਹ ਤੇਰਾ ਹੋ ਜਾਏਗਾ। ਮਹਾਰਾਜ ਕਹਿੰਦੇ ਹਾਂਜੀ। ਤੇਰੋ ਰੂਪ ਹੋਏ ਗੋ ਮੋਹੀ। ਹਾਂਜੀ। ਐਸੀ ਅਬ ਅਭੇਦਤਾ ਹੋਈ। ਹੁਣ ਤੂੰ ਮੈਂ ਬਣ ਗਿਆ, ਮੈਂ ਤੂੰ ਬਣ ਗਿਆ। ਤੇਰਾ ਜਿਹੜਾ ਰੂਪ ਮੇਰਾ ਹੋ ਗਿਆ,
ਮੇਰਾ ਰੂਪ ਤੇਰਾ ਹੋ ਗਿਆ, ਹੁਣ ਸਾਡੇ ਦੋਵਾਂ ਵਿੱਚ ਅੰਤਰ ਨਹੀਂ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਲਓ ਸੰਗਤ ਜੀ, ਇਹ ਪਹਿਲੇ ਸਿੱਖ 'ਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੜੇ ਸਿੱਖ ਮਿਲੇ ਆ, ਨਾਮ ਦੀਆਂ ਦਾਤਾਂ ਦਿੱਤੀਆਂ, ਬਖਸ਼ਿਸ਼ਾਂ ਦਿੱਤੀਆਂ, ਤਾਰਿਆ। ਪਰ ਭਾਈ ਲਹਿਣਾ ਜੀ ਨੂੰ ਆਪਣੇ ਅੰਗ ਦੇ ਨਾਲ ਲਾ ਕੇ ਅੰਗਦ ਬਣਾਇਆ ਮਹਾਰਾਜ ਨੇ, ਅੰਗਦ ਤੋਂ ਰੱਬ ਹੀ ਬਣਾ ਦਿੱਤਾ ਜੀ। ਮਹਾਰਾਜ ਕਹਿੰਦੇ ਹੁਣ ਸਾਡੇ ਵਿੱਚ ਫਰਕ ਕੋਈ ਨਹੀਂ ਹੈ। ਬਖਸ਼ਿਓ ਸਭ ਜਗ ਤਵ ਪਛਾਤੀ, ਭਲੀ ਭਾਂਤ ਹੋਇ ਬਖਿਆਤੀ। ਮਹਾਰਾਜ ਕਹਿੰਦੇ ਭਾਈ ਲਹਿਣਾ ਜੀ ਇਕੱਲੇ ਹੈ ਨਾ, ਕੁਝ ਸਿੱਖ ਲੁਕ ਕੇ ਬਚਨ ਸੁਣਦੇ। ਮਹਾਰਾਜ ਕਹਿੰਦੇ ਮੈਂ ਆਪਣੇ ਪਿੱਛੋਂ ਜਗਤ ਦੀ ਗੁਰਿਆਈ ਤੈਨੂੰ ਹੀ ਦੇਣੀ ਹੈ। ਹੁਣ ਗੱਜ ਕੇ ਆਖੋ ਵਾਹਿਗੁਰੂ। ਬਚਨ ਕਰ ਦਿੱਤਾ ਜੀ, ਬਚਨ ਕਰ ਦਿੱਤਾ। ਭਲੀ ਭਾਂਤ ਹੋਇਆ ਹੈ ਬਖਿਆਤੀ, ਸਾਰੇ ਜਗਤ ਵਿੱਚ ਭਲੇ ਪ੍ਰਕਾਰ ਨਾਲ ਤੁਸੀਂ ਪ੍ਰਸਿੱਧ ਹੋ ਜਾਓਗੇ। ਮਹਾਰਾਜ ਕਹਿੰਦੇ ਹਾਂਜੀ, ਸਭ ਸਿੱਖਨ ਕੀ ਰਾਖੀ ਟੇਕਾ। ਕਿਉਂ ਤੁਸੀਂ ਸਾਰੇ ਸਿੱਖਾਂ ਦੀ ਟੇਕ ਰੱਖ ਲਈ, ਸਾਰੇ ਸਿੱਖਾਂ ਦੀ ਇੱਜ਼ਤ ਰੱਖ ਲਈ। ਹਾਂਜੀ, ਹੋਏ ਪੂਰਨ ਹਿਰਦੇ ਪੂਰਨ ਹੋਏ ਬਬੇਕਾ। ਤੁਹਾਡੇ ਹਿਰਦੇ ਵਿੱਚ ਹੁਣ ਪੂਰਨ ਗਿਆਨ ਪ੍ਰਗਟ ਹੋ ਜਾਏਗਾ। ਭਾ ਜਗ ਗੁਰ ਲੈ ਹੈ ਗੁਰਿਆਈ। ਭਾਵ ਤੁਸੀਂ ਜਗਤ ਦੇ ਗੁਰੂ ਬਣੋਗੇ, ਗੁਰੂ ਬਣੋਗੇ। ਕਿੱਡੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਇਸੇ ਹੀ ਪ੍ਰੀਖਿਆ ਤੋਂ ਮਹਾਰਾਜ ਨੇ ਖੁਸ਼ ਹੋ ਕੇ ਨਾਮ ਅੰਗਦ ਕੀਤਾ ਸੀਗਾ। ਹਾਂਜੀ, ਸਿੱਖ ਹੋਏ ਤੁਮਰੇ ਅਧਿਕਾਈ। ਮਹਾਰਾਜ ਕਹਿਣ ਲੱਗੇ ਤੁਹਾਡੇ ਬੜੇ ਸਿੱਖ ਪੈਦਾ ਹੋਣਗੇ। ਹਾਂਜੀ, ਭਾ ਅਵਲੰਬ ਭਲੇ ਜਗ ਤਾਰਨ। ਤੁਸੀਂ ਆਸਰੇ ਬਣੋਗੇ, ਜਗਤ ਦੇ ਆਸਰੇ ਥੰਮ ਬਣੋਗੇ। ਤੁਹਾਡਾ ਨਾਮ ਲੈ ਕੇ ਲੋਕ ਤਰਿਆ ਕਰਨਗੇ। ਗੱਜ ਕੇ ਆਖੋ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖਨ ਜਮਜਾਲ ਨਿਵਾਰਨ। ਜਮਾਂ ਦੀਆਂ ਫਾਈਆਂ ਸਿੱਖਾਂ ਦੀਆਂ ਕਟਿਆ ਕਰੋਗੇ ਤੁਸੀਂ। ਤੁਜ ਸਮਾਨ ਭਵ ਅਪਰ ਨਾ ਲਖਿਓ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਲੈਣੇ ਤੇਰੇ ਬਰਾਬਰ ਸਾਰੀ ਦੁਨੀਆ ਵਿੱਚ ਕੋਈ ਨਹੀਂ ਉਹ ਹੈਗਾ। ਸੰਗਤ ਜੀ, ਕੱਲ ਕਥਾ ਜਿਨ੍ਹਾਂ ਨੇ ਸੁਣੀ ਉਹਨਾਂ ਨੂੰ ਪਤਾ ਹੋਏਗਾ। ਭਾਈ ਲਹਿਣਾ ਜੀ ਸਿੱਖਾਂ ਨੂੰ ਆ ਕੇ ਕਹਿੰਦੇ ਸਿੱਖੋ ਗੁਰੂ ਨਾਨਕ ਸਾਹਿਬ ਦੇ ਬਰਾਬਰ ਇਸ ਜਗਤ ਵਿੱਚ ਕੋਈ ਨਹੀਂ ਤੇ ਹੈਗਾ। ਤੇ ਜਿਹੜੀ ਭਾਵਨਾ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਤੇ ਰੱਖ ਰਹੇ ਹੈ, ਉਹ ਬਖਸ਼ਿਸ਼ਾਂ ਗੁਰੂ ਨਾਨਕ ਸਾਹਿਬ ਭਾਈ ਲਹਿਣਾ ਜੀ ਤੇ ਕਰਨ ਦੇ। ਭਾਈ ਲਹਿਣਾ ਜੀ ਸਿੱਖਾਂ ਨੂੰ ਕਹਿੰਦੇ ਸਿੱਖੋ ਗੁਰੂ ਨਾਨਕ ਸਾਹਿਬ ਵਰਗਾ ਕੋਈ ਨਹੀਂ ਤੇ ਹੈਗਾ। ਗੁਰੂ ਨਾਨਕ ਸਾਹਿਬ ਲਹਿਣਾ ਜੀ ਨੂੰ ਕਹਿੰਦੇ ਲੈਣਿਆ ਤੇਰੇ ਵਰਗਾ ਦੁਨੀਆ ਤੇ ਕੋਈ ਨਹੀਂ ਹੈਗਾ। ਹਾਂਜੀ, ਨੀਕੇ ਸਿੱਖੀ ਬੀਰਜ ਰੱਖਿਓ। ਮਹਾਰਾਜ ਕਹਿੰਦੇ ਤੂੰ ਸਿੱਖੀ ਦਾ ਬੀਜ ਰੱਖਿਆ। ਸਿੱਖੀ ਦਾ ਬੀਜ ਬੀਜਣਾ ਹੋਰ ਪ੍ਰਫੁੱਲਤ ਕਰਨਾ ਹੈ। ਇਸ ਪ੍ਰਕਾਰ ਕਹਿ ਸੁਖ ਦਾ ਬਾਣੀ। ਇਸ ਤਰੀਕੇ ਨਾਲ ਸੁਖ ਦੇਣ ਵਾਲੇ ਜਿਹੜੇ ਬਚਨ ਉਹ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਕੀਤੇ। ਗਮਨ ਕੀਨ ਪੁਰ ਕੋ ਗੁਣ ਖਾਨੀ। ਮਹਾਰਾਜ ਲਹਿਣਾ ਜੀ ਨੂੰ ਲੈ ਕੇ ਖੁਸ਼ੀ ਖੁਸ਼ੀ ਫਿਰ ਆਪਣੇ ਨਗਰ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਆਏ ਹਨ। ਧਰਮਸਾਲ ਮੈਂ ਆਏ ਬਿਰਾਜੇ। ਆਏ ਮਹਾਰਾਜ ਧਰਮਸ਼ਾਲਾ ਵਿੱਚ ਬਿਰਾਜਮਾਨ ਹੋ ਗਏ। ਜਿਨ ਕੇ ਦਰਸ਼ਨ ਤੇ ਦੁੱਖ ਭਾਜੇ। ਕਿਹੜੇ ਸਤਿਗੁਰੂ ਜਿਨ੍ਹਾਂ ਦੇ ਦਰਸ਼ਨ ਕੀਤੇ ਹੀ ਦੁੱਖ ਦੂਰ ਹੁੰਦੇ। ਗੱਜ ਕੇ ਆਖੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਦੋਹਰਾ ਸ਼੍ਰੀ ਗੁਰ ਗੁਣ ਮਾਨਸ ਸਰਸ ਜਿਹੇ ਮਰਾਲਨ ਜਾਹੇ। ਕਰਤ ਪ੍ਰੀਤ ਨਹਿ ਤਜ ਸਕੈ ਨਮਸਕਾਰ ਮੁਰ ਤਾਹੇ। ਹੁਣ ਅੱਗੋਂ ਨਵਾਂ ਪ੍ਰਸੰਗ ਭਾਈ ਸੰਤੋਖ ਸਿੰਘ ਜੀ ਸਾਨੂੰ ਸੁਣਾਉਂਦੇ ਆ। ਭਾਈ ਸੰਤੋਖ ਸਿੰਘ ਕਹਿੰਦੇ ਸੰਗਤ ਜੀ ਮੈਂ ਨਮਸਕਾਰ ਕਰਦਾ ਉਸ ਜੀਵ ਨੂੰ ਜਿਹੜੀ ਜੀਵ ਗੁਰੂ ਦੇ ਗੁਣ ਗਾਉਂਦੀ ਹੈ। ਜਿਹੜੀ ਜੀਵ ਗੁਰੂ ਦੇ ਗੁਣ ਗਾਉਂਦੀ ਤੇ ਛੱਡਦੀ ਨਹੀਂ ਹੈ, ਗੁਣ ਗਾਈ ਜਾਂਦੀ ਹੈ, ਗਾਈ ਜਾਂਦੀ ਹੈ। ਉਹਦੀ ਅਵਸਥਾ ਕੀ ਆ? ਜਿਵੇਂ ਮਾਨ ਸਰੋਵਰ ਨੂੰ ਫਿਰ ਹੰਸਣੀ ਛੱਡ ਕੇ ਨਹੀਂ ਜਾਂਦੀ, ਹੰਸ ਛੱਡ ਕੇ ਨਹੀਂ ਜਾਂਦਾ। ਇਸੇ ਤਰ੍ਹਾਂ
ਮੈਂ ਉਸ ਜੀਭ ਨੂੰ ਨਮਸਕਾਰ ਕਰਦਾ ਜਿਹੜੀ ਜੀਭ ਮੇਰੇ ਗੁਰੂ ਨਾਨਕ ਸਾਹਿਬ ਦੇ ਗੁਣ ਗਾਉਂਦੀ ਹੈ। ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਹਾਂਜੀ। ਚੌਪਈ। ਇੱਕ ਦਿਨ ਬਹੁਰ ਬਿਤਾਏ ਕਿਰਪਾਲਾ। ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਐ। ਹਾਂਜੀ। ਬੈਠੇ ਹੁਤੇ ਰੁਚਿਰ ਧਰਮਸ਼ਾਲਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਬੜੇ ਆਨੰਦ ਨਾਲ ਧਰਮਸ਼ਾਲਾ ਵਿੱਚ ਬੈਠੇ ਹੋਏ ਹਨ। ਆਤਮ ਕੇ ਉਪਦੇਸ਼ਨ ਹੇਤਾ। ਆਤਮਾ ਦਾ ਉਪਦੇਸ਼ ਦੇਣ ਵਾਸਤੇ, ਬ੍ਰਹਮ ਗਿਆਨ ਦਾ ਉਪਦੇਸ਼ ਦੇਣ ਵਾਸਤੇ ਬੈਠਾਰਿਓ ਤ੍ਰੇਹਣ ਕੁਲ ਕੀਤਾ। ਮਹਾਰਾਜ ਨੇ ਭਾਈ ਲਹਿਣਾ ਜੀ ਨੂੰ ਕੋਲ ਬਿਠਾ ਲਿਆ। ਸੰਗਤ ਜੀ, ਜਿਹੜੇ ਬੱਚੇ ਯੋਗ ਹੁੰਦੇ ਆ, ਹੁਸ਼ਿਆਰ ਹੁੰਦੇ, ਮਾਪਿਓ ਕਈ ਵਾਰੀ ਇਕੱਲੇ ਬਿਠਾ ਕੇ ਵੀ ਸਿੱਖਿਆ ਦਿੰਦੇ ਜੀ। ਉਹਨਾਂ ਨੂੰ ਇਕੱਲਿਆਂ ਬਿਠਾ ਕੇ ਵੀ ਸਿੱਖਿਆ ਦਿੰਦੇ ਆ। ਸੋ ਮਹਾਰਾਜ ਨੇ ਇਕੱਲਿਆਂ ਬਿਠਾਇਆ ਲਹਿਣਾ ਜੀ ਨੂੰ। ਉਹ ਜਿਹੜੇ ਬਚਨ ਹੋ ਰਹੇ ਆ ਗੁਰੂ ਨਾਨਕ ਸਾਹਿਬ ਜੀ ਵਿੱਚ ਤੇ ਭਾਈ ਲਹਿਣਾ ਜੀ ਵਿੱਚ, ਹੁਣ ਕਵੀ ਸੰਤੋਖ ਸਿੰਘ ਜੀ ਉਹ ਦੱਸਣਗੇ ਸਾਨੂੰ। ਤੇ ਵੇਖੋ ਕਿੱਡੇ ਸਾਡੇ ਭਾਗ ਚੰਗੇ, ਗੁਫ਼ਤਗੂ ਹੋ ਰਹੀ ਹੈ ਜੀ, ਗੁਫ਼ਤਗੂ ਉਹ ਸਾਨੂੰ ਸੁਣਨ ਨੂੰ ਮੌਕਾ ਮਿਲ ਰਿਹਾ ਜੀ। ਹਾਂਜੀ। ਲਹਿਣੇ ਸੇਵ ਅਧਿਕ ਤੈਂ ਕੀਨੀ। ਮਹਾਰਾਜ ਕਹਿੰਦੇ ਲੈਣਿਆ ਤੂੰ ਸਾਡੀ ਬੜੀ ਸੇਵਾ ਕੀਤੀ ਹੈ, ਬੜੀ ਸੇਵਾ ਕੀਤੀ। ਸੰਗਤ ਜੀ ਛੁੱਟੀ ਨਹੀਂ ਮੰਗੀ ਕਦੀ ਭਾਈ ਲਹਿਣਾ ਜੀ ਨੇ। ਹਾਂਜੀ। ਬੁਝੋ ਤਤ ਚਾਹੋ ਜੋ ਚੀਨੀ। ਮਹਾਰਾਜ ਕਹਿਣ ਲੱਗੇ ਪੁੱਛ ਕੀ ਪੁੱਛਣਾ ਈ, ਕੁਝ ਪੁੱਛਣਾ ਚਾਹੁੰਦੇ ਹੋ, ਕੋਈ ਤੱਤ ਦੀ ਗੱਲ ਪੁੱਛਣਾ ਚਾਹੁੰਦੇ ਹੋ, ਪੁੱਛ ਲਓ। ਹਾਂਜੀ। ਐਸੀ ਘਾਲ ਜੋ ਘਾਲੀ ਤੋਹੀ। ਮਹਾਰਾਜ ਕਹਿੰਦੇ ਲੈਣਿਆ ਤੂੰ ਐਸੀ ਘਾਲਣਾ ਘਾਲੀ ਐ। ਕੋਨ ਹੈ ਵਸਤ ਅਦੇਸੋ ਮੋਹੀ। ਮੇਰਾ ਜੀ ਕਰਦਾ ਤੈਨੂੰ ਸਾਰਾ ਕੁਝ ਹੀ ਦੇ ਦਿਆਂ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਕਿੰਨੀ ਸੇਵਾ ਕੀਤੀ ਹੋਏਗੀ। ਸੇਵਕਾਂ ਨੂੰ ਕੋਈ ਘਾਟਾ ਨਹੀਂ ਹੈਗਾ, ਬੰਦਾ ਸੇਵਕ ਬਣੇ। ਮਹਾਰਾਜ ਕਹਿੰਦੇ ਤੂੰ ਐਸੀ ਘਾਲਣਾ ਘਾਲੀ ਐ, ਮੇਰਾ ਜੀ ਕਰਦਾ ਤੈਨੂੰ ਸਾਰਾ ਕੁਝ ਹੀ ਦੇ ਦਿਆਂ। ਇਹੋ ਜੀ ਕੋਈ ਵਸਤੂ ਨਹੀਂ ਹੈ ਜਿਹੜੀ ਤੇਰੇ ਤੋਂ ਓਹਲੀ ਹੋਵੇ। ਹਾਂਜੀ। ਕਿਰਪਾ ਭਰੀ ਸੁਨ ਕੈ ਸੁਠ ਬਾਣੀ। ਜਦੋਂ ਮਹਾਰਾਜ ਨੇ ਐਸੇ ਕਿਰਪਾ ਭਰੇ ਬਚਨ ਕੀਤੇ, ਇਹ ਸੁੰਦਰ ਬਚਨ ਭਾਈ ਲਹਿਣਾ ਜੀ ਨੇ ਜਦੋਂ ਸੁਣੇ, ਬੈਠਿਓ ਸਨਮੁਖ ਸੀਖ ਸੁਖਾਨੀ। ਤੇ ਫਿਰ ਲਹਿਣਾ ਜੀ ਸਾਹਮਣੇ ਮਹਾਰਾਜ ਦੇ ਬੈਠੇ ਹੱਥ ਜੋੜ ਕੇ। ਹਾਂਜੀ। ਦੁਐ ਕਰ ਜੋਰ ਨਿਵਾਇਓ ਸੀਸਾ। ਤੇ ਦੋਵੇਂ ਹੱਥ ਜੋੜ ਕੇ ਨਾ ਤੇ ਸਿਰ ਝੁਕਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਬੰਦੇ ਪਦ ਪੰਕਜ ਜਗਦੀਸ਼ਾ। ਵਾਹ ਵਾਹ। ਵੇਖੋ ਗੱਲ ਕਰਨ ਦਾ ਤਰੀਕਾ, ਸੇਵਕਾਂ ਕੋਲੋਂ ਪਤਾ ਲੱਗਣਾ ਨਾ ਜੀ, ਗੱਲ ਕਰਨੀ ਹੈ, ਬਚਨ ਕਰਨਾ ਮਹਾਰਾਜ ਨਾਲ। ਪਰ ਪਹਿਲਾਂ ਭਾਈ ਲਹਿਣਾ ਜੀ ਨੇ ਹੱਥ ਜੋੜ ਕੇ ਮੱਥਾ ਟੇਕਿਆ ਗੁਰੂ ਨਾਨਕ ਸਾਹਿਬ ਨੂੰ। ਵੇਖ ਲਓ ਗੱਲਬਾਤ ਕਰਨ ਦਾ ਤਰੀਕਾ। ਤੇ ਹੁਣ ਆਪਾਂ ਬਾਣੀ ਪੜ੍ਹਦੇ, ਸਿੱਧਾ ਗੁਟਕਾ ਸਾਹਿਬ ਲੈ ਕੇ ਸ਼ੁਰੂ ਹੋ ਜਾਂਦੇ ਹਾਂ। ਪਿਆਰਿਓ, ਜਦੋਂ ਗੁਰਬਾਣੀ ਦਾ ਪਾਠ ਕਰਨਾ, ਪਹਿਲਾਂ ਗੁਟਕਾ ਸਾਹਿਬ ਨੂੰ ਲੈ ਕੇ ਨਮਸਕਾਰ ਕਰਕੇ, ਅਰਦਾਸ ਬੇਨਤੀ ਕਰਕੇ ਫਿਰ ਬਾਣੀ ਦਾ ਪਾਠ ਸ਼ੁਰੂ ਕਰਿਆ ਕਰੋ। ਗੁਰਬਾਣੀ ਪੜ੍ਹਨੀ ਵੀ ਸਤਿਗੁਰੂ ਨਾਲ ਬਚਨ ਕਰਨ ਦੇ ਬਰਾਬਰ ਹੀ ਹੈ। ਵੇਖੋ ਦੋਵੇਂ ਹੱਥ ਜੋੜੇ, ਸਿਰ ਨਵਾਇਆ, ਮੱਥਾ ਟੇਕਿਆ ਪਹਿਲਾਂ, ਫਿਰ ਗੱਲ ਆਰੰਭ ਕੀਤੀ ਜੀ। ਕਿੰਨੀ ਨਿਮਰਤਾ ਤੇ ਕਿੰਨੀ ਸਮੱਤ ਹੈ। ਹਾਂਜੀ। ਨਿਜ ਸਰੂਪ ਲਖਿਓ ਅਬਿਲਾਖਾ। ਤੇ ਨਿਜ ਸਰੂਪ ਲਖਨੋ ਅਬਿਲਾਖਾ। ਮਹਾਰਾਜ ਮੇਰੀ ਇੱਛਾ ਹੈ, ਮੈਂ ਆਪਣਾ ਨਿੱਜੀ ਸਰੂਪ ਵੇਖਣਾ ਚਾਹੁੰਦਾ। ਨਿੱਜੀ ਸਰੂਪ ਵੀ ਮੈਂ ਅਸਲ ਵਿੱਚ ਹੈ ਕੀ ਹਾਂ। ਸੰਗਤ ਜੀ, ਹੁਣ ਇਹ ਗੂੜ ਗਿਆਨ ਸ਼ੁਰੂ ਹੋਣਾ, ਇਹਨੂੰ ਕਹਿੰਦੇ ਡੂੰਘੀਆਂ ਗੱਲਾਂ। ਮੈਂ ਬੇਨਤੀ ਕਰਾਂ, ਜਦੋਂ ਬੰਦਾ ਸੇਵਾ ਸਿਮਰਨ ਕਰਦਾ, ਹੌਲੀ ਹੌਲੀ ਪਤਾ ਲੱਗਣ ਲੱਗ ਪੈਂਦਾ ਵੀ ਮੈਂ ਸਰੀਰ ਨਹੀਂ ਹੈਗਾ। ਜਿਹੜੇ ਸੇਵਾ ਸਿਮਰਨ ਨਹੀਂ ਕਰਦੇ ਉਹਨਾਂ ਦਾ ਕੋਈ ਮਤਲਬ ਨਹੀਂ ਹੈਗਾ ਇਹਨਾਂ ਗੱਲਾਂ ਨਾਲ ਜੀ। ਮਹਾਰਾਜ ਮੈਂ ਆਪਣਾ ਆਤਮ ਦਾ ਸਰੂਪ ਜਾਣਨਾ ਚਾਹੁੰਦਾ, ਮੈਂ ਹੈ ਕੀ ਹਾਂ। ਹਾਂਜੀ। ਹਵੈ ਕੈ ਦੀਨ ਬਚਨ ਅਸਭਾਖਾ। ਇਹ ਬਚਨ ਲਹਿਣਾ ਜੀ ਨੇ ਕੀਤੇ, ਪਰ ਕੀਤੇ ਬੜੀ ਨਿਮਰਤਾ ਦੇ ਨਾਲ ਜੀ। ਬੜੀ ਨਿਮਰਤਾ ਨਾਲ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ, ਮਹਾਰਾਜ ਮੈਂ ਆਪਣਾ ਨਿੱਜੀ ਸਰੂਪ ਜਾਣਨਾ ਚਾਹੁੰਦਾ। ਹਾਂਜੀ। ਜੋ ਮੈਂ ਹਾਂ ਕੁਛ ਜਾਏ ਨਾ ਜਾਣਾ। ਮੈਂ ਕੀ ਹਾਂ ਮੈਨੂੰ ਪਤਾ ਨਹੀਂ ਹੈ। ਜੋ ਮੈਂ ਹਾਂ
ਉਹ ਮੇਰੇ ਕੋਲੋਂ ਜਾਣਿਆ ਨਹੀਂ ਜਾਂਦਾ। ਤੁਸੀਂ ਕਹੋ ਕਿ ਬਾਬਾ ਕਿਹੋ ਜਿਹੀਆਂ ਗੱਲਾਂ ਕਰਦਾ ਭਾਈ, ਪਰ ਸੰਗਤ ਜੀ ਇਹ ਸੱਚ ਹੈ ਗੱਲਾਂ। ਜਦੋਂ ਡੂੰਘੇ ਜਾਵਾਂਗੇ ਪਤਾ ਲੱਗੇਗਾ। ਹਾਂਜੀ, ਹਰਖ ਸ਼ੋਖ ਮੈਂ ਫਸਿਓ ਮਹਾਨਾ। ਕਿਉਂ? ਮੈਂ ਤੇ ਦੁੱਖਾਂ ਸੁੱਖਾਂ 'ਚ ਹੀ ਫਸਿਆ। ਅਜੇ ਵੇਖ ਲੋ ਲੈਣਾ ਜੀ ਕਿੰਨੀ ਸੇਵਾ ਕਰਦੇ, ਅੱਠੇ ਪਹਿਰ ਮਹਾਰਾਜ ਦੇ ਹੁਕਮ 'ਚ ਰਹਿੰਦੇ, ਫਿਰ ਵੀ ਨਿਮਰਤਾ ਵਾਲੇ ਬੋਲ ਬੋਲ ਰਹੇ। ਮਹਾਰਾਜ ਮੈਂ ਤੇ ਦੁੱਖਾਂ ਸੁੱਖਾਂ ਵਿੱਚ ਹੀ ਫਸਿਆ ਰਹਿਣਾ। ਹਾਂਜੀ, ਰਾਗ ਦਵੈਖ ਨਿਸ ਦਿਨ ਬਹੁ ਮੋਹੀ। ਮੋਹ ਤੇ ਦਵੈਖ ਰਾਤ ਦਿਨ ਮੇਰੇ ਅੰਦਰ ਚੱਲਦੇ। ਕਦੀ ਕਿਸੇ ਚੀਜ਼ ਨਾਲ ਪਿਆਰ ਪੈ ਜਾਂਦਾ, ਕਦੀ ਕਿਸੇ ਚੀਜ਼ ਨਾਲ। ਅਸਲ ਵਿੱਚ ਇਹ ਸਾਡਾ ਹੀ ਹਾਲ ਹੈ ਸਾਧ ਸੰਗਤ ਜੀ। ਹਾਂਜੀ, ਅਤਿਸ਼ਯਤਾ ਦੁੱਖ ਸੁਖ ਮੈਂ ਹੋਈ। ਦੁੱਖ ਸੁੱਖ ਵਿੱਚ ਬਿਰਤੀ ਸਮਾਨ ਨਹੀਂ ਰਹਿੰਦੀ। ਦੁੱਖ ਆਵੇ ਮੈਂ ਦੁਖੀ ਬੜਾ ਹੁੰਨਾ, ਸੁੱਖ ਆਵੇ ਮੈਂ ਸੁਖੀ ਬੜਾ ਹੋ ਜਾਨਾ। ਹਾਂਜੀ, ਸਰਬ ਭੇਦ ਮੋਹ ਦੇਹੋ ਸੁਨਾਈ। ਇਹ ਭਾਈ ਲਹਿਣਾ ਜੀ ਦੱਸ ਰਹੇ, ਮਹਾਰਾਜ ਮੈਨੂੰ ਸਾਰਾ ਭੇਦ ਦੱਸੋ, ਮਹਾਰਾਜ ਮੈਨੂੰ ਜਣਾ ਦਿਓ ਸੱਚੇ ਪਾਤਸ਼ਾਹ, ਸਾਰਾ ਭੇਦ ਹੈ। ਹਾਂਜੀ, ਦੇਹ ਕੋ ਸਮਝ ਰਹੋ ਸੁਖ ਪਾਈ। ਮੈਨੂੰ ਪਤਾ ਲੱਗ ਜੇ ਮੈਂ ਹਾਂ ਕੀ ਤੇ ਮੈਂ ਸੁਖੀ ਹੋ ਜਾਵਾਂ। ਸੰਗਤ ਜੀ ਜਿਨ੍ਹਾਂ ਨੂੰ ਆਪਣਾ ਆਤਮ ਗਿਆਨ ਹੋ ਜਾਂਦਾ, ਕਿਤਾਬਾਂ ਵਾਲਾ ਨਹੀਂ ਅੰਦਰ ਵਾਲਾ ਜੀ, ਉਹ ਸੁਖੀ ਹੋ ਜਾਂਦੇ। ਉਹ ਸੁਖੀ ਹੋ ਜਾਂਦੇ। ਤੇ ਕਿਤਾਬਾਂ ਪੜ੍ਹ ਪੜ੍ਹ ਤੇ ਬੋਝ ਪਈ ਜਾਂਦਾ ਬੰਦੇ ਦੇ ਦਿਮਾਗ ਤੇ ਜੀ। ਇਹ ਨਹੀਂ ਪੜ੍ਹਨੀਆਂ ਨਹੀਂ ਚਾਹੀਦੀਆਂ, ਪਰ ਹੰਕਾਰ ਨਹੀਂ ਕਰਨਾ ਪੜ੍ਹ ਕੇ। ਆਤਮ ਸਰੂਪ ਦੀ ਪ੍ਰਾਪਤੀ ਤੇ ਫਿਰ ਸਤਿਗੁਰੂ ਦੀ ਮਿਹਰ ਨਾਲ ਹੀ ਹੁੰਦੀ ਹੈ। ਮਹਾਰਾਜ ਮੈਨੂੰ ਭੇਦ ਦੱਸੋ, ਮੈਂ ਸੁਖੀ ਰਵਾਂਗਾ ਮਹਾਰਾਜ। ਹਾਂਜੀ, ਮੁਰ ਉਰ ਤਮ ਅਗਿਆਨ ਮਹਾਨਾ। ਭਾਈ ਲਹਿਣਾ ਜੀ ਕਹਿ ਰਹੇ ਮਹਾਰਾਜ ਮੇਰੇ ਅੰਦਰ ਅਗਿਆਨ ਹੈ, ਅਗਿਆਨ। ਇਹ ਗੁਫ਼ਤਗੂ ਹੋ ਰਹੀ ਹੈ। ਹਾਂਜੀ, ਤੁਮਰੇ ਹਵੈ ਬਚ ਭਾਨ ਸਮਾਨਾ। ਮਹਾਰਾਜ ਮੈਨੂੰ ਪਤਾ ਹੈ ਮੇਰੇ ਅੰਦਰ ਅਗਿਆਨ ਦਾ ਹਨੇਰਾ, ਤੇ ਤੁਹਾਡੇ ਬਚਨ ਸੂਰਜ ਵਰਗੇ, ਸੂਰਜ ਵਰਗੇ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਤੁਹਾਡੇ ਬਚਨ ਸੂਰਜ ਵਰਗੇ ਹੈ, ਉਹ ਮੇਰੇ ਹਿਰਦੇ 'ਚ ਚਾਨਣ ਕਰਨਗੇ। ਕਬ ਪ੍ਰਕਾਸ਼ ਦਿਓ ਰੂਪ ਦਿਖਾਈ। ਸੁਨ ਕੈ ਸ਼੍ਰੀ ਪ੍ਰਭ ਗਿਰਾ ਅਲਾਈ। ਕਦੋਂ ਮਹਾਰਾਜ ਮੇਰੇ ਤੇ ਕਿਰਪਾ ਕਰੋਗੇ? ਕਦੋਂ ਮੈਨੂੰ ਮੇਰਾ ਅਸਲੀ ਰੂਪ ਵਿਖਾਓਗੇ? ਜਿਹਨੂੰ ਮਹਾਰਾਜ ਬਾਣੀ 'ਚ ਲਿਖਦੇ, ਸੁਨ ਹੋ ਰੇ ਤੂੰ ਕੌਣ, ਕਹਾਂ ਤੇ ਆਇਓ। ਜਿਹਨੂੰ ਮਹਾਰਾਜ ਕਹਿੰਦੇ, ਕਹੋ ਕਬੀਰ ਤੂੰ ਰਾਮ ਕੀ ਅੰਸ। ਹੁਣ ਐਵੇਂ ਥੋੜ੍ਹੀ ਸਾਨੂੰ ਪਤਾ ਵੀ ਅਸੀਂ ਰਾਮ ਦੀ ਅੰਸ਼ ਕਿਵੇਂ। ਇਹ ਤੇ ਜਦੋਂ ਮਿਹਰ ਹੋ ਜਾਂਦੀ ਉਦੋਂ ਪਤਾ ਲੱਗਦਾ। ਸੋ ਮਹਾਰਾਜ ਕਿਰਪਾ ਕਰੋ। ਸੁਣ ਕੇ ਸ਼੍ਰੀ ਪ੍ਰਭ ਗਿਰਾ ਅਲਾਈ। ਮਹਾਰਾਜ ਭਾਈ ਲਹਿਣਾ ਜੀ ਨੂੰ ਹੁਣ ਉਪਦੇਸ਼ ਦਿੰਦੇ ਆ। ਭੋ ਸੁਨ ਮਹਿਤ ਭਾਗ ਇਹ ਭੇਦਾ। ਮਹਾਰਾਜ ਕਹਿੰਦੇ ਭੋ ਸੁਨ ਮਹਿਤ ਭਾਗ ਇਹ ਭੇਦਾ। ਸਭ ਤੋਂ ਪਹਿਲਾਂ ਸੰਗਤ ਜੀ ਇਸ ਗੱਲ ਦੀ ਸੋਝੀ ਉਹਨੂੰ ਹੁੰਦੀ ਜਿਹਦੇ ਭਾਗ ਬੜੇ ਵੱਡੇ ਹੋਣ ਜੀ। ਮਹਾਰਾਜ ਕਹਿੰਦੇ ਵੱਡੇ ਭਾਗਾਂ ਵਾਲਿਆ ਸੁਣ ਫਿਰ ਸਾਰੀ ਗੱਲ ਹੈ। ਜਿਹ ਤੇ ਮਿਟੈ ਝੂਠ ਜਗ ਖੇਦਾ। ਜਿਹਨੂੰ ਸੁਣ ਕੇ ਜਗਤ ਦੇ ਝੂਠੇ ਜਗ ਆ, ਜਿਹੜਾ ਸੰਸਾਰ ਝੂਠਾ ਹੈ, ਇਹਦੇ ਦੁੱਖ ਮਿਟਦੇ ਆ। ਹੁਣ ਇੱਕ ਗੱਲ ਬੜੇ ਧਿਆਨ ਨਾਲ ਸੁਣਿਓ, ਕੱਲਾ ਇੰਜ ਨਹੀਂ ਗੱਲ ਬਣਨੀ, ਇਹਨੂੰ ਸੁਣ ਕੇ ਕਮਾਈ ਕਰਨੀ ਪੈਂਦੀ ਹੈ। ਹਾਂਜੀ, ਆਤਮ ਸਵੈਯੰ ਸੁ ਜੋਤ ਪ੍ਰਕਾਸ਼ਾ। ਰਾਗ ਦਵੈਖ ਤੇ ਬਿਨ ਅਬਿਨਾਸ਼ਾ। ਮਹਾਰਾਜ ਕਹਿਣ ਲੱਗੇ ਜਿਹੜੀ ਆਤਮਾ ਹੈ, ਆਤਮਾ ਹੈ, ਆਤਮਾ ਸਵੈ ਜੋਤੀ ਸਰੂਪ ਹੈ। ਜੋਤ ਸਰੂਪ ਹੈ, ਜੋਤ ਸਰੂਪ। ਮਹਾਰਾਜ ਬਾਣੀ 'ਚ ਕਹਿੰਦੇ ਨਾ, ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ। ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ। ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ। ਮਨ ਜੋਤ ਸਰੂਪ ਹੈ ਤੇ ਪਰਮੇਸ਼ਰ ਵੀ ਜੋਤ ਸਰੂਪ ਹੈ। ਜਗ ਦੀ ਜੋਤ ਹੈ। 10ਵੇਂ ਪਾਤਸ਼ਾਹ ਲਿਖਦੇ ਆ ਨਾ,
ਜਾਗਤ ਜੋਤ ਜਪੈ ਨਿਸ ਬਾਸੁਰ। ਸਿੱਖ ਬਾਰੇ, ਸਿੱਖ ਫਿਰ ਉਸ ਜਗ ਦੀ ਜੋਤ ਨੂੰ ਜਪਦਾ ਹੈ। ਔਰ ਸੰਤ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਮਹਾਂਪੁਰਖ, ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਨੇ ਸੰਤ ਕਹਿ ਕੇ ਸਨਮਾਨ ਦਿੱਤਾ, ਸੰਤ ਇਸ ਗੱਲ ਦੀ ਧਾਰਨਾ ਲਾਉਂਦੇ ਹੁੰਦੇ ਸੀ, ਜਪੋ ਖਾਲਸਾ ਜੀ ਤੁਸੀਂ ਜਾਗਦੀ ਜੋਤ ਨੂੰ, ਇੰਜ ਧਾਰਨਾ ਲਾਉਂਦੇ ਸਨ। ਮਹਾਰਾਜ ਕਹਿੰਦੇ ਆ ਆਤਮਾ ਜੋਤ ਸਰੂਪ ਹੈ। ਆਤਮਾ ਦਾ ਕਿਸੇ ਚੀਜ਼ ਨਾਲ ਪਿਆਰ ਨਹੀਂ ਹੈ। ਜਿਹੜੀ ਸਾਡੀ ਆਤਮਾ ਹੈ ਨਾ, ਇਹਦਾ ਕਿਸੇ ਚੀਜ਼ ਨਾਲ ਪਿਆਰ ਨਹੀਂ ਹੈ, ਦਵੈਖ ਨਹੀਂ ਹੈ। ਔਰ ਆਤਮਾ ਨਾਸ਼ ਰਹਿਤ ਹੈ। ਆਤਮਾ ਮੋਹ ਦਵੈਖ ਤੋਂ ਬਗੈਰ ਹੈ। ਆਤਮਾ 'ਚ ਕੋਈ ਮੋਹ ਨਹੀਂ ਹੈ, ਨਿਰਮੋਹ ਹੈ। ਔਰ ਆਤਮਾ ਦਾ ਨਾਸ਼ ਨਹੀਂ ਹੁੰਦਾ। ਨਾਸ਼ ਕਿਹਦਾ ਹੁੰਦਾ? ਸਰੀਰ ਦਾ ਹੁੰਦਾ ਹੈ। ਸਰੀਰ ਸੜ ਜਾਂਦਾ ਹੈ, ਸਰੀਰ ਦਾ ਸੰਸਕਾਰ ਹੁੰਦਾ ਹੈ। ਆਤਮਾ ਨਾ ਸੜਦੀ ਹੈ, ਆਤਮਾ ਦਾ ਸੰਸਕਾਰ ਨਹੀਂ ਹੁੰਦਾ। ਆਤਮਾ ਵਾਹਿਗੁਰੂ ਦੇ ਵਿੱਚ ਮਿਲ ਜਾਂਦੀ ਹੈ। ਸੋ ਮਹਾਰਾਜ ਕਹਿਣ ਲੱਗੇ ਆਤਮਾ ਨਾਸ਼ ਰਹਿਤ ਹੈ। ਅਸੀਂ ਅਸਲ ਵਿੱਚ ਨਾਸ਼ ਰਹਿਤ ਹੈ। ਸਰੀਰ ਜਿਹੜਾ ਹੈ ਇਹ ਨਾਸ਼ਵਾਨ ਹੈ। ਹਾਂਜੀ। ਹਰਖ ਸ਼ੋਕ ਜਿਸ ਮਾਹੇ ਨਾ ਲੇਸ਼ਾ। ਲੇਸ਼ ਮਾਤਰ ਵੀ ਸੁੱਖ ਦੁੱਖ ਆਤਮਾ ਵਿੱਚ ਨਹੀਂ ਹੈ। ਆਤਮਾ ਆਨੰਦ ਵਿੱਚ ਹੈ। ਕਿਵੇਂ ਹੋਏਗੀ? ਸਾਨੂੰ ਇਹਦਾ ਬੋਧ ਕਿਵੇਂ ਪਤਾ ਲੱਗੇਗਾ? ਜਦੋਂ ਨਾਮ ਜਪਾਂਗੇ। ਹਾਂਜੀ। ਜਨਮ ਮਰਨ ਕੋ ਨਹੀਂ ਕਲੇਸ਼ਾ। ਜਨਮ ਮਰਨ ਦਾ ਆਤਮਾ ਨੂੰ ਕੋਈ ਕਲੇਸ਼ ਨਹੀਂ ਹੈਗਾ। ਸਰੀਰ ਜੰਮਦਾ, ਸਰੀਰ ਮਰ ਜਾਂਦਾ, ਆਤਮਾ ਚੱਲਦੀ ਹੈ, ਸਫ਼ਰ ਤੈਅ ਕਰੀ ਜਾਂਦੀ ਹੈ, ਬੰਦਾ ਬੰਦਗੀ ਕਰੀ ਜਾਂਦਾ। ਜਦੋਂ ਬੰਦਗੀ ਪੂਰੀ ਹੁੰਦੀ ਹੈ, ਆਤਮਾ ਪਰਮਾਤਮਾ ਦੇ ਵਿੱਚ ਲੀਨ ਹੁੰਦੀ ਹੈ। ਸਰੀਰ ਜਨਮ ਮਰਨ ਦਾ ਕੋਈ ਦੁੱਖ ਨਹੀਂ ਹੁੰਦਾ ਆਤਮਾ ਨੂੰ। ਘਨਾ ਆਨੰਦ ਪੂਰਨ ਇੱਕ ਸਾਰ। ਆਤਮਾ ਇੱਕ ਸਾਰ ਆਨੰਦ ਵਿੱਚ ਰਹਿੰਦੀ ਹੈ, ਘਣੇ ਆਨੰਦ ਵਿੱਚ ਰਹਿੰਦੀ ਹੈ। ਹਾਂਜੀ। ਇਸ ਪ੍ਰਕਾਰ ਆਤਮ ਨਿਰਧਾਰ। ਇਸ ਪ੍ਰਕਾਰ ਆਤਮਾ ਨੂੰ ਨਿਰਧਾਰ ਕਰੋ। ਆਤਮਾ ਨੂੰ ਨਿਰਧਾਰਨ ਕਰੋ ਆਪਣੇ ਅੰਦਰ ਵੀ ਮੈਂ ਆਤਮਾ ਸਰੂਪ ਆ। ਨਾ ਸੁੱਖ ਹੈ, ਨਾ ਦੁੱਖ ਹੈ, ਨਾ ਮੈਂ ਮਰਨਾ, ਸਰੀਰ ਦਾ ਨਾਸ ਹੋਣਾ। ਜੀਂਦਿਆਂ ਜੀ ਸੰਗਤ ਜੀ ਸਰੀਰ ਤੋਂ ਬਿਰਤੀ ਟੁੱਟ ਜਾਂਦੀ ਹੈ ਬੰਦਿਆਂ ਦੀ। ਰੱਜ ਕੇ ਆਖੋ ਵਾਹਿਗੁਰੂ। ਕੋਈ ਬੰਦਾ ਥੋੜਾ ਅਭਿਆਸ ਕਰਨ ਲੱਗ ਪਵੇ, ਇਹ ਕਿਰਪਾ ਤਾਂ ਉਹਦੇ ਤੇ ਹੋਣ ਲੱਗ ਪੈਂਦੀ ਹੈ। ਜੀਂਦਿਆਂ ਜੀ ਫਿਰ ਬਿਰਤੀ ਜਿਹੜੀ ਹੈ ਉਹ ਟੁੱਟਣ ਲੱਗ ਪੈਂਦੀ ਹੈ। ਜਾਗਰਤ ਸੁਪਨ ਸਖੋਪਤ ਤੀਨੋ। ਮਹਾਰਾਜ ਕਹਿੰਦੇ ਤਿੰਨ ਅਵਸਥਾਵਾਂ ਨੇ ਲੈਣਾ ਜੀ ਸਰੀਰ ਦੀਆਂ। ਇੱਕ ਜਾਗਰਤ, ਇੱਕ ਸੁਪਨ, ਇੱਕ ਸਖੋਪਤੀ। ਜਾਗ ਰਹੇ ਆ ਨਾ ਆਪਾਂ, ਇਹ ਜਾਗਰਤ ਅਵਸਥਾ ਹੈ। ਸੁੱਤੇ ਹੋਏ ਜਦੋਂ ਸੁਪਨਾ ਚੱਲਦਾ ਉਦੋਂ ਸਾਧ ਸੰਗਤ ਜੀ ਸਵਪਨ ਅਵਸਥਾ ਚੱਲਦੀ ਹੈ। ਇਹ ਪ੍ਰਸੰਗਾਂ ਦੀ ਕਥਾ ਚੱਲਦੀ ਸੀਗੀ। ਭਾਈ ਦਇਆ ਸਿੰਘ ਜੀ ਨੇ ਸਾਰੀ ਗੱਲ ਸਿੰਘਾਂ ਨੂੰ ਸਮਝਾਈ ਸੀ। ਤੇ ਸਖੋਪਤੀ ਸਾਧ ਸੰਗਤ ਜੀ ਜਦੋਂ ਸੁਪਨਾ ਵੀ ਨਹੀਂ ਚੱਲ ਰਿਹਾ ਹੁੰਦਾ ਤੇ ਜਾਗਣ ਵੀ ਨਹੀਂ ਦਿਆ ਹੁੰਦਾ ਬੰਦਾ, ਉਦੋਂ ਕਿੱਥੇ ਹੁੰਦਾ? ਨਾ ਸੁਪਨਾ ਆਉਂਦਾ ਤੇ ਨਾ ਜਾਗ ਰਿਹਾ ਹੁੰਦਾ, ਉਦੋਂ ਤੀਜੀ ਅਵਸਥਾ ਨੂੰ ਸਖੋਪਤੀ ਕਹਿੰਦੇ। ਤਿੰਨਾਂ ਨੂੰ ਆਤਮਾ ਦੇ ਦੇਖਣ ਹਾਰੇ ਜਾਂ ਦ੍ਰਿਸ਼ਟਾ ਸਮਝ ਮਹਾਰਾਜ ਕਹਿੰਦੇ। ਜਾਗ ਰਿਹਾ ਸਵਪਨ ਹੈ ਤੇ ਸਾਧ ਸੰਗਤ ਜੀ ਸਖੋਪਤੀ ਹੈ। ਆਤਮਾ ਤਿੰਨਾਂ ਵਿੱਚ ਹੁੰਦੀ ਹੈ। ਸਰੀਰ ਜਾਗਰਤ ਅਵਸਥਾ ਵਿੱਚ ਕੰਮ ਕਰਦਾ, ਸੁਪਨ ਅਵਸਥਾ ਵਿੱਚ ਕੰਮ ਨਹੀਂ ਕਰਦਾ। ਬੜੀ ਲੰਮੀ ਕਥਾ ਚੱਲੀ ਸੀਗੀ ਇਹ। ਸਮਝਾਉਣ ਮਾਤਰ ਮੈਂ ਤੁਹਾਨੂੰ ਬੇਨਤੀ ਕਰਾਂ, ਇਹ ਕੋਈ ਵੱਖਰਾ ਗਿਆਨ ਨਹੀਂ ਹੈ, ਸਾਡੇ ਆਪਣੀਆਂ ਹੀ ਗੱਲਾਂ ਨੇ ਇਹ। ਹੁਣ ਜਾਗੇ ਆ, ਇੱਕ ਦੂਜੇ ਨੂੰ ਟੱਚ ਕਰ ਸਕਦੇ ਹਾਂ, ਬੈਠੇ ਆ, ਗੱਲਬਾਤ ਕਰ ਰਹੇ ਹਾਂ, ਸਰੀਰ ਸਾਕਸ਼ੀ ਹੈ।
ਪਰ ਜਦੋਂ ਸੌਂਗੇ ਤੇ ਸੁਪਨਾ ਆਉਂਦਾ ਤੇ ਸੁਪਨੇ 'ਚ ਬੰਦਾ ਦੌੜਨ ਦਿਆ ਤੇ ਸਰੀਰ ਤੇ ਲੰਮੇ ਪਿਆ ਤੇ ਫਿਰ ਦੌੜਨ ਕੌਣ ਦਿਆ? ਕਿਹੜਾ ਸਰੀਰ ਹੈ ਜਿਹੜਾ ਦੌੜ ਰਿਹਾ? ਸੂਖਸ਼ਮ, ਉਹ ਸਾਡਾ ਸੂਖਸ਼ਮ ਸਰੀਰ ਹੈ, ਉਹ ਦੌੜ ਰਿਹਾ। ਤੇ ਜਦੋਂ ਸੂਖਸ਼ਮ ਵੀ ਸੁੱਤਾ ਹੁੰਦਾ, ਸੁਪਨਾ ਵੀ ਨਹੀਂ ਆ ਰਿਹਾ ਹੁੰਦਾ, ਕੁਝ ਵੀ ਨਹੀਂ ਹੁੰਦਾ, ਬੜੀ ਗਹਿਰੀ ਨੀਂਦ ਵਿੱਚ ਹੁੰਦੇ ਆ, ਬੇਹੋਸ਼ੀ ਵਿੱਚ ਹੁੰਦੇ ਆ, ਉਹਨੂੰ ਸੁਖੋਪਤੀ ਕਹਿੰਦੇ। ਹੁਣ ਪਿਆਰਿਓ, ਆਤਮਾ ਹੈ ਤਾਂ ਜਾਗਰਤ ਅਵਸਥਾ ਹੈ, ਆਤਮਾ ਹੈ ਤਾਂ ਸੁਪਨਾ ਹੈ, ਆਤਮਾ ਹੈ ਤਾਂ ਸੁਖੋਪਤੀ ਹੈ। ਜੇ ਆਤਮਾ ਨਾ ਹੋਵੇ ਤੁਹਾਨੂੰ ਕਿਵੇਂ ਪਤਾ ਲੱਗੇਗਾ ਵੀ ਜਾਗਣਾ ਆ? ਆਤਮਾ ਕੀ ਹੈ? ਰੱਬ ਦੀ ਜੋਤ। ਉਹ ਰੱਬ ਦੀ ਜੋਤ ਹੈ ਤੇ ਪਤਾ ਵੀ ਮੈਨੂੰ ਸੁਪਨਾ ਆਇਆ ਸੀ ਤੇ ਮੈਂ ਭੱਜਾ ਫਿਰਦਾ ਸਾਂ ਸੁਪਨੇ 'ਚ। ਅਜੇ ਸੁਪਨੇ ਵਿੱਚ ਆ ਸਰੀਰ ਦਾ ਕੰਮ ਨਹੀਂ ਹੈਗਾ ਕੋਈ। ਇਹਦੇ ਵਰਗਾ ਹੀ ਇੱਕ ਹੋਰ ਸਰੀਰ ਹੁੰਦਾ ਹੈ ਸਾਡਾ, ਜਿਹੜਾ ਸੁਪਨੇ ਵਿੱਚ ਤੁਰ ਫਿਰ ਰਿਹਾ ਹੁੰਦਾ ਹੈ, ਗੱਲਾਂ ਬਾਤਾਂ ਕਰ ਰਿਹਾ ਹੁੰਦਾ ਹੈ। ਇਹ ਸਰੀਰ ਤੇ ਸੁੱਤਾ ਹੁੰਦਾ ਸਾਡਾ, ਪਰ ਆਤਮਾ ਉਦੋਂ ਵੀ ਹੁੰਦੀ ਹੈ। ਆਤਮਾ ਹੁੰਦੀ ਹੈ, ਸਾਨੂੰ ਸੁਪਨੇ ਦੀ ਸੋਝੀ ਹੁੰਦੀ ਹੈ। ਤੇ ਜਦੋਂ ਨਾ ਸੁਪਨਾ ਹੁੰਦਾ ਨਾ ਜਾਗਦੇ ਹੁੰਦੇ ਆ, ਸੁਖੋਪਤੀ ਹੁੰਦੀ ਹੈ, ਗੂੜੀ ਨੀਂਦ ਹੁੰਦੀ ਹੈ, ਆਤਮਾ ਉਦੋਂ ਵੀ ਹੁੰਦੀ ਹੈ। ਵੇਖੋ ਕਈ ਵਾਰੀ ਗੂੜੀ ਨੀਂਦ ਤੋਂ ਬੰਦਾ ਉੱਠਦਾ ਹਲਕਾ ਹੋਇਆ ਹੁੰਦਾ, ਕਹਿੰਦਾ ਅੱਜ ਸੌਣ ਦਾ ਬੜਾ ਆਨੰਦ ਆਇਆ। ਆਨੰਦ ਕਿਹਨੇ ਲਿਆ? ਉਹ ਆਤਮਾ ਨੇ ਲਿਆ। ਆਤਮਾ ਮਹਾਰਾਜ ਕਹਿੰਦੇ ਦ੍ਰਿਸ਼ਟਾ ਹੈ, ਜੋਤ ਦ੍ਰਿਸ਼ਟਾ ਹੈ। ਇਨਕੋ ਨੀਕੇ ਸਾਖੀ ਚੀਨੋ। ਮਹਾਰਾਜ ਕਹਿੰਦੇ ਇਹਨਾਂ ਨੂੰ ਸਮਝੋ, ਸਾਖੀ ਅਸਲ ਗਵਾਹ ਇਹ ਨੇ। ਵੇਖੋ ਹੈ ਜਿਉਂਦੇ ਆ, ਪਰ ਜਦੋਂ ਸੁਪਨਾ ਆਉਂਦਾ ਸਾਡੇ ਸਰੀਰ ਦਾ ਕੋਈ ਕੰਮ ਨਹੀਂ ਹੈਗਾ, ਪੱਕਾ ਗਵਾਹ ਨਹੀਂ ਹੈ। ਹਾਂਜੀ, ਸਦਾ ਅਲੇਪਾ ਸਭ ਤੇ ਨਿਆਰੋ। ਆਤਮਾ ਸਦਾ ਅਲੇਪ ਹੈ, ਨਿਆਰੀ ਹੈ, ਐਸੋ ਆਪਣੋ ਰੂਪ ਨਿਹਾਰੋ। ਤੇ ਮਹਾਰਾਜ ਕਹਿਣ ਲੱਗੇ ਆ ਜਿਵੇਂ ਉਹਨੂੰ ਦੁੱਖ ਸੁੱਖ ਨਹੀਂ ਹੈ, ਉਵੇਂ ਤੈਨੂੰ ਕੋਈ ਦੁੱਖ ਸੁੱਖ ਨਹੀਂ ਹੋਣਾ ਚਾਹੀਦਾ। ਲੈਣਿਆ ਆਪਣਾ ਰੂਪ ਇਸ ਤਰ੍ਹਾਂ ਜਾਣ। ਦੋਹਰਾ ਕਲਪਤ ਸੰਗ ਉਪਾਦ ਸੋ, ਭਇਓ ਸੋ ਅਸ ਬਿਦ ਜਾਨ। ਹਾਂਜੀ, ਜਪਾ ਪ੍ਰਸੂਨ ਸੋ ਫਟਕ ਕੋ, ਅਰੁਣ ਹੋਤ ਤਿਉ ਮਾਨ। ਅੱਗੋਂ ਫਿਰ ਸਾਧ ਸੰਗਤ ਜੀ ਗੱਲ ਆਰੰਭ ਹੋ ਜਾਂਦੀ ਹੈ ਗੂੜੀ। ਉਹਨੂੰ ਫਿਰ ਟਾਈਮ ਲੱਗ ਜਾਣਾ ਤੇ ਸਮਾਂ ਸੰਪੂਰਨ ਹੋ ਗਿਆ। ਤੇ ਮਹਾਰਾਜ ਕਿਰਪਾ ਕਰਨ, ਨਾਮ ਆਤਮਾ ਦੀ ਸੋਝੀ ਕਰਾਉਂਦਾ ਹੈ, ਸੇਵਾ ਆਤਮਾ ਦੀ ਸੋਝੀ ਕਰਾਉਂਦੀ ਹੈ। ਨਾਮ ਜਪਿਆ ਕਰੀਏ। ਜਿਵੇਂ ਮਹਾਰਾਜ ਕਹਿੰਦੇ ਆ, ਜਾਗਤ ਜੋਤ ਜਪੈ ਨਿਸ ਬਾਸੁਰ, ਜਾਗਤ ਜੋਤ ਜਪੈ ਨਿਸ ਬਾਸੁਰ। ਜਾਗਤ ਜੋਤ ਜਪੈ ਨਿਸ ਬਾਸੁਰ, ਜਾਗਤ ਜੋਤ ਜਪੈ ਨਿਸ ਬਾਸੁਰ। ਨਿਸ ਬਾਸੁਰ ਰਾਤ ਤੇ ਦਿਨ, ਰਾਤ ਦਿਨ। ਦਸਵੇਂ ਪਾਤਸ਼ਾਹ ਕਹਿੰਦੇ ਉਸ ਜਾਗਤ ਜੋਤ ਵਾਹਿਗੁਰੂ ਨੂੰ ਜਪਿਆ ਕਰੋ। ਜਾਗਤ ਜੋਤ ਜਪੈ ਨਿਸ ਬਾਸੁਰ, ਜਾਗਤ ਜੋਤ ਜਪੈ ਨਿਸ ਬਾਸੁਰ। ਜਾਗਤ ਜੋਤ ਜਪੈ ਨਿਸ ਬਾਸੁਰ, ਜਾਗਤ ਜੋਤ ਜਪੈ ਨਿਸ ਬਾਸੁਰ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਾਗਤ ਜੋਤ ਜਪੈ ਨਿਸ ਬਾਸੁਰ 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 ਏਕ ਬਿਨਾ ਮਨ ਨੈਕ ਨਾ ਮਾਨੈ ਏਕ ਬਿਨਾ ਮਨ ਨੈਕ ਨਾ ਮਾਨੈ ਏਕ ਬਿਨਾ ਮਨ ਨੈਕ ਨਾ ਆਨੈ ਏਕ ਬਿਨਾ ਮਨ ਨੈਕ ਨਾ ਆਨੈ ਏਕ ਬਿਨਾ ਮਨ ਨੈਕ ਨਾ ਆਨੈ। ਮਹਾਰਾਜ ਕਹਿੰਦੇ ਆ ਇੱਕ ਵਾਹਿਗੁਰੂ ਤੋਂ ਬਗੈਰ ਦੂਜੇ ਕਿਸੇ ਹੋਰ ਨੂੰ ਲੈ ਕੇ ਨਾ ਬਸ ਉਸ ਵਾਹਿਗੁਰੂ ਨੂੰ ਜਪ। ਮਹਾਰਾਜ ਕਹਿੰਦੇ ਉਹਨੂੰ ਜਪ ਸਾਰਾ ਸਾਰਾ ਦਿਨ ਜਦੋਂ ਸਮਾਂ ਲੱਗਦਾ ਜਪਿਆ ਕਰ ਵਾਹਿਗੁਰੂ 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 ਵਾਹਿਗੁਰੂ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਭਾਈ ਲਹਿਣਾ ਜੀ ਸੱਚੇ ਪਾਤਸ਼ਾਹ ਜੀ ਨੂੰ ਬੜੇ ਪਿਆਰ ਨਾਲ ਨਿਮਰਤਾ ਨਾਲ ਬੇਨਤੀ ਕਰ ਰਹੇ ਆ। ਬਚਨ ਬਲਾਸ ਚੱਲ ਰਹੇ ਆ, ਉਹ ਆਪਾਂ ਅਗਲੇ ਦਿਨਾਂ ਨੂੰ ਸਰਵਣ ਕਰਾਂਗੇ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਧਿਆ